हाँ जी, सत श्री अकाल दोस्तों, स्वागत है ਤੁਹਾਡੇ ਸਾਰਿਆਂ ਦਾ। हाँ जी, ਅੱਜ ਆਪਾਂ ਪੜਾਂਗੇ ਕੰਪਲੀਟ ਪੰਜਾਬ ਹਿਸਟਰੀ ਐਂਡ ਕਲਚਰ ਸੈੱਟ 2। ਇਸ ਤੋਂ ਪਹਿਲਾਂ ਆਪਾਂ ਸੈੱਟ 1 ਕਰ ਚੁੱਕੇ ਆਂਗੇ। ਉਹ ਜਿੰਨਾ ਵਿਦਿਆਰਥੀ ਨੇ ਨਹੀਂ ਦੇਖਿਆ ਉਹ ਜਾ ਕੇ ਦੇਖ ਸਕਦੇ ਨੇਗੇ। ਸੋ ਅੱਜ ਆਪਾਂ ਸੈੱਟ 2 ਕਰਾਂਗੇ। बहुत ही ज़्यादा इंपॉर्टेंट वीडियो है, ठीक है जी। ਤੁਹਾਡੇ 3 ਤੋਂ ਲੈ ਕੇ 4 ਨੰਬਰ ਅੱਜ ਦੀ ਵੀਡੀਓ ਵਿੱਚ ਹੀ ਪੱਕੇ ਹੋ ਜਾਣਗੇ ਜੇ ਵੀਡੀਓ ਨੂੰ ਧਿਆਨ ਨਾਲ ਦੇਖੋਗੇ, ਧਿਆਨ ਨਾਲ ਸੁਣੋਗੇ ਤੇ ਵੀਡੀਓ ਨੂੰ ਪੂਰਾ ਦੇਖੋਗੇ, ठीक है जी। ਤੇ ਆਪਾਂ ਹਮੇਸ਼ਾ ਦੀ ਤਰ੍ਹਾਂ ਵੀਡੀਓ ਨੂੰ ਇਹਨੇ ਵਧੀਆ ਢੰਗ ਨਾਲ ਬਣਾਇਆ ਹੈਗਾ। ਜਿਵੇਂ ਆਪਣੀ ਹਿਸਟਰੀ ਹੋ ਗਈ, ਇਹਦੇ ਵਿੱਚ ਤੁਗਲਕ ਵੰਸ਼, ਲੋਧੀ ਵੰਸ਼ ਤੇ ਮੁਗਲ ਸਲਤਨਤ, ਇਹਦੇ ਵਿੱਚ ਤੁਹਾਡੀ ਇੰਡੀਅਨ ਹਿਸਟਰੀ ਵੀ ਕਵਰ ਹੋ ਜੂਗੀ। ਇਹਦੇ ਬਾਰੇ ਆਪਾਂ ਅਲੱਗ ਪੜਾਂਗੇ। ਪੰਜਾਬ ਦੇ ਅਜਾਇਬ ਘਰ, ਪੰਜਾਬ ਦੇ ਕਿਲੇ ਤੇ ਪੰਜਾਬ ਦੇ ਪਵਿੱਤਰ ਸਥਾਨ, ਪੰਜਾਬ ਦੇ ਸਾਰੇ ਗੁਰਦੁਆਰੇ, ਇਹਨਾਂ ਬਾਰੇ ਆਪਾਂ ਅਲੱਗ ਪੜਾਂਗੇ। ਤੇ ਪੰਜਾਬ ਦਾ ਜਿਹੜਾ ਸਾਹਿਤ ਹੈਗਾ, ਪੰਜਾਬ ਦੇ ਕਵੀ, ਪੰਜਾਬ ਦੇ ਸੂਫੀ ਸੰਤ, ਉਹਨਾਂ ਦੀ ਰਚਨਾਵਾਂ, ਇਹਨਾਂ ਬਾਰੇ ਆਪਾਂ ਅਲੱਗ ਪੜਾਂਗੇ। ਸੋ ਵੀਡੀਓ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਣਾਇਆ ਹੈਗਾ ਤਾਂ ਜੋ ਤੁਹਾਡੇ ਸਮਝ ਆ ਸਕੇ। ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ, ਧਿਆਨ ਨਾਲ ਸੁਣ ਲਿਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ, ਠੀਕ ਆ ਜੀ। ਤਾਂ ਚਲੋ ਜੀ ਫਿਰ ਆਪਾਂ ਸਟਾਰਟ ਕਰ ਦਿਆਂਗੇ। हाँ जी, पहला आप पढ़ांगे तुगलक वंश, लोधी वंश ते मुगल सल्तनत बारे। तो देखो प्रश्न नंबर 1 देखो, तुगलक वंश की नींह किसने रखी। हाँ जी, तुगलक वंश की नींह रखी सी ऑप्शन नंबर अपना ए बिल्कुल राइट आंसर आ जाऊगा, गियासुद्दीन तुगलक ने, ठीक है जी। कदों रखी सी, ये रखी सी 1320 ईस्वी विच, ठीक है जी। गियासुद्दीन तुगलक तुगलक वंश का पहला शासक सीगा जो दिल्ली के ਸਿੰਘਾਸਨ उपर बैठा सी, ठीक है जी। इस तो बाद पुत्र होया सीगा मुहम्मद तुगलक। मुहम्मद तुगलक का पुत्र सीगा फिरोज शाह तुगलक, ठीक है जी। ਜਿਹੜਾ ਫਿਰੋਜ਼ ਸ਼ਾਹ ਤੁਗਲਕ ਸੀਗਾ ਇਹਨੂੰ ਕਾਫੀ ਸ਼ੌਂਕ ਸੀਗਾ ਨਵੇਂ ਸ਼ਹਿਰਾਂ ਦਾ ਨਿਰਮਾਣ ਕਰਨ ਦਾ। ਇਹਨੇ ਪੰਜਾਬ ਵਿੱਚ ਵੀ ਇੱਕ ਸ਼ਹਿਰ ਦਾ ਨਿਰਮਾਣ ਕਰਾਇਆ ਸੀ। ਕਿਹੜੇ ਸ਼ਹਿਰ ਦਾ? ਫਿਰੋਜ਼ਪੁਰ। ਫਿਰੋਜ਼ਪੁਰ ਸ਼ਹਿਰ ਦਾ ਨਿਰਮਾਣ ਕਿਹਨੇ ਕਰਾਇਆ ਸੀਗਾ? ਫਿਰੋਜ਼ ਸ਼ਾਹ ਤੁਗਲਕ ਨੇ ਕਰਾਇਆ ਸੀ, ਠੀਕ ਹੈ ਜੀ। ਇੰਪੋਰਟੈਂਟ ਹੈਗਾ, ਨੋਟ ਕਰਿਓ। ਜਿਹੜਾ ਤੁਗਲਕ ਵੰਸ਼ ਸੀਗਾ ਇਹ ਫਿਰੋਜ਼ ਸ਼ਾਹ ਤੁਗਲਕ ਤੱਕ ਤਾਂ ਕਾਫੀ ਵਧੀਆ ਚੱਲਿਆ ਸੀਗਾ, ਪਰ ਫਿਰੋਜ਼ ਸ਼ਾਹ ਤੁਗਲਕ ਮਗਰੋਂ ਜਿਹੜਾ ਤੁਗਲਕ ਵੰਸ਼ ਸੀਗਾ ਕਾਫੀ ਕਮਜ਼ੋਰ ਹੋ ਗਿਆ ਸੀਗਾ। ਸਿੱਟੇ ਵਜੋਂ ਜਿਹੜਾ ਆਪਣਾ ਉੱਤਰ ਭਾਰਤ ਸੀਗਾ ਇਹ ਛੋਟੇ ਛੋਟੇ ਟੁਕੜਿਆਂ ਵਿੱਚ ਵੰਡਿਆ ਗਿਆ ਸੀ, ਠੀਕ ਹੈ ਜੀ। ਤੇ ਬਾਹਰੀ ਹਮਲੇ ਵੀ ਬਹੁਤ ਵੱਧ ਗਏ ਸੀਗੇ। ਤਾਂ ਅਖੀਰ ਵਿੱਚ ਕੀ ਹੋਇਆ ਸੀਗਾ, ਜਿਹੜਾ ਤੁਗਲਕ ਵੰਸ਼ ਸੀਗਾ ਇਹਦਾ ਪਤਨ ਹੋ ਗਿਆ ਸੀਗਾ, ਇਹ ਖਤਮ ਹੋ ਗਿਆ ਸੀ, ਠੀਕ ਹੈ ਜੀ। ਆ ਸਾਰੀਆਂ ਗੱਲਾਂ ਨੋਟ ਕਰ ਲਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 2 ਦੇਖੋ, ਤੈਮੂਰ ਨੇ ਭਾਰਤ ਉੱਤੇ ਹਮਲਾ ਕਦੋਂ ਕੀਤਾ। हाँ जी, देखो आप ऊपर पढ़ के आएंगे तुगलक वंश काफ़ी कमज़ोर हो गया सीगा तो इसका फायदा चुक के तैमूर ने हमला किया सीगा। ऑप्शन नंबर बी बिल्कुल राइट आंसर आ जाऊगा, 1398 में किया सी, ठीक है जी। बहुत लुੱਟ-ਖੋਹ की सी तैमूर ने भारत में। तो ਤੁਹਾਨੂੰ ਸਭ ਨੂੰ ਪਤਾ ਗਾ ਭਾਰਤ ਉੱਤੇ ਜਿਹੜੇ ਵੀ ਹਮਲਾਵਰ ਹਮਲਾ ਕਰਦੇ ਸੀ ਕਿੱਥੋਂ ਦੀ ਆਉਂਦੇ ਸੀਗੇ? ਪੰਜਾਬ ਵਿੱਚੋਂ ਦੀ ਆਉਂਦੇ ਹੁੰਦੇ ਸੀ, ਠੀਕ ਹੈ ਜੀ। ਤਾਂ ਸਭ ਤੋਂ ਵੱਧ ਨੁਕਸਾਨ ਕਿਹਨੂੰ ਝੱਲਣਾ ਪਿਆ ਸੀਗਾ? ਪੰਜਾਬ ਨੂੰ ਝੱਲਣਾ ਪਿਆ ਸੀ, ਠੀਕ ਹੈ ਜੀ। ਇਹ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 3 देखो, लोधी वंश की नींह किसने रखी। हाँ जी, लोधी वंश की नींह रखी सी ऑप्शन नंबर सी बिल्कुल राइट आंसर आ जाऊगा, बहलोल खां लोधी ने, ठीक है जी। कदों रखी सी? 1451 ਵਿੱਚ ਰੱਖੀ ਸੀਗੀ। ਬਹਿਲੋਲ ਖਾਂ ਲੋਧੀ ਦਿੱਲੀ ਦੇ ਸਿੰਘਾਸਨ ਉੱਪਰ ਬੈਠਣ ਵਾਲਾ ਲੋਧੀ ਵੰਸ਼ ਦਾ ਪਹਿਲਾ ਸ਼ਾਸਕ ਸੀਗਾ। ਇਹ ਤੋਂ ਬਾਅਦ ਇਹਦਾ ਪੁੱਤਰ ਹੋਇਆ ਸੀਗਾ ਸਿਕੰਦਰ ਲੋਧੀ। ਸਿਕੰਦਰ ਲੋਧੀ ਲੋਧੀ ਵੰਸ਼ ਦਾ ਸਭ ਤੋਂ ਵਧੀਆ ਸ਼ਾਸਕ ਮੰਨਿਆ ਜਾਂਦਾ ਗਾ। ਉਸ ਤੋਂ ਬਾਅਦ ਉਹਦਾ ਪੁੱਤਰ ਹੋਇਆ ਸੀਗਾ ਇਬਰਾਹਿਮ ਲੋਧੀ, ਠੀਕ ਆ ਜੀ। ਇਬਰਾਹਿਮ ਲੋਧੀ ਲੋਧੀ ਵੰਸ਼ ਦਾ ਆਖਰੀ ਸ਼ਾਸਕ ਸੀਗਾ। ਇਹ ਬਾਬਰ ਕੋਲੋਂ ਹਾਰ ਗਿਆ ਸੀ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ, ਠੀਕ ਆ ਜੀ। ਇਹ ਸਭ ਨੂੰ ਪਤਾ ਹੀ ਹੋਣਾ ਗਾ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। हाँ जी, प्रश्न नंबर 4 देखो, इब्राहिम लोधी के शासन काल में पंजाब का सूबेदार कौन सी। हाँ जी, इब्राहिम लोधी के शासन काल में ऑप्शन नंबर ए बिल्कुल राइट आंसर आ जाऊगा, दौलत खां लोधी सी, ठीक है जी। तो देखो जो सिकंदर लोधी राजा सीगा, जो सिकंदर लोधी राजा सीगा ਤਾਂ ਉਹਨੇ ਪੰਜਾਬ ਦਾ ਸੂਬੇਦਾਰ ਬਣਾਇਆ ਸੀਗਾ। ਕਿਹਨੂੰ ਬਣਾਇਆ ਸੀਗਾ? ਤਤਾਰ ਖਾਨ ਨੂੰ ਬਣਾਇਆ ਸੀ, ਠੀਕ ਆ ਜੀ। ਤਤਾਰ ਖਾਨ ਦੀ ਮੌਤ ਤੋਂ ਬਾਅਦ ਸੂਬੇਦਾਰ ਬਣਿਆ ਸੀ ਉਹਦਾ ਪੁੱਤਰ ਦੌਲਤ ਖਾਨ ਲੋਧੀ। ਦੌਲਤ ਖਾਨ ਲੋਧੀ ਉਦੋਂ ਤੱਕ ਤਾਂ ਸਿਕੰਦਰ ਲੋਧੀ ਦਾ ਵਫਾਦਾਰ ਰਿਹਾ ਜਦੋਂ ਤੱਕ ਸਿਕੰਦਰ ਲੋਧੀ ਜਿਉਂਦਾ ਰਿਹਾ, ਠੀਕ ਆ ਜੀ। ਜਦੋਂ ਦਾ ਪੁੱਤਰ ਬਣਿਆ ਇਬਰਾਹਿਮ ਲੋਧੀ ਸ਼ਾਸਕ, ਉਹ ਦੌਲਤ ਖਾਨ ਲੋਧੀ ਇਬਰਾਹਿਮ ਲੋਧੀ ਦੇ ਵਿਰੁੱਧ ਹੋ ਗਿਆ। ਦੌਲਤ ਖਾਨ ਲੋਧੀ ਇਬਰਾਹਿਮ ਲੋਧੀ ਦੇ ਵਿਰੁੱਧ ਹੋ ਗਿਆ, ਉਹਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗ ਪਿਆ। ਤੇ ਆਲਮ ਖਾਂ ਕੌਣ ਸੀਗਾ? ਆਲਮ ਖਾਨ ਸੀਗਾ ਇਬਰਾਹਿਮ ਲੋਧੀ ਦਾ ਚਾਚਾ। ਇਹ ਵੀ ਚਾਹੁੰਦਾ ਸੀਗਾ ਮੈਂ ਦਿੱਲੀ ਦੇ ਰਾਜ ਉੱਪਰ ਬੈਠਾਂ। ਤਾਂ ਇਹਨੇ ਕੀ ਕੀਤਾ ਸੀਗਾ? ਇਹਨੇ ਦੌਲਤ ਖਾਨ ਲੋਧੀ ਨਾਲ ਆੜੀ ਪਾਲੀ ਸੀਗੀ। ਕਿਹਨੂੰ ਹਰਾਉਣ ਲਈ? ਇਬਰਾਹਿਮ ਲੋਧੀ ਨੂੰ ਹਰਾਉਣ ਲਈ, ਠੀਕ ਹੈ ਜੀ, ਤਾਂ ਜੋ ਇਹ ਦਿੱਲੀ ਦਾ ਸ਼ਾਸਨ ਲੈ ਸਕੇ। ਇਹ ਸਾਰੀਆਂ ਗੱਲਾਂ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। हाँ जी, प्रश्न नंबर 5 देखो, बाबर ने पंजाब उत्ते पहला हमला कदों किया। हाँ जी, बाबर ने पंजाब उत्ते पहला हमला किया सीगा। ऑप्शन नंबर डी बिल्कुल राइट आंसर आ जाऊगा, 1519 में किया, ठीक है जी। बाबर ने 1519 में बजौर ਅਤੇ ਭੇਰਾ ਉੱਪਰ कब्जा कर लिया ਸੀਗਾ। ਬਜੌਰ ਅਤੇ ਭੇਰਾ ਦੇ ਇਲਾਕਿਆਂ ਉੱਪਰ ਕਬਜ਼ਾ ਕਰ ਲਿਆ ਸੀਗਾ। ਜਿਹੜਾ ਭੇਰਾ ਦਾ ਇਲਾਕਾ ਸੀਗਾ ਉਹ ਦੇ ਗਿਆ ਸੀਗਾ ਹਿੰਦੂ ਬੇਗ ਨੂੰ। ਕਿਹਨੂੰ ਦੇ ਗਿਆ ਸੀਗਾ? ਹਿੰਦੂ ਬੇਗ ਨੂੰ ਦੇ ਗਿਆ ਸੀਗਾ। ਆਪ ਉਹ ਵਾਪਸ ਵਗ ਗਿਆ ਸੀਗਾ ਕਾਬਲ, ਠੀਕ ਆ ਜੀ। ਪਰ ਥੋੜੇ ਟਾਈਮ ਬਾਅਦ ਹੀ ਜਿਹੜੀ ਭੇਰਾ ਦੀ ਜਨਤਾ ਸੀਗੀ ਉਹਨੇ ਬਗਾਵਤ ਕਰਕੇ ਹਿੰਦੂ ਬੇਗ ਨੂੰ ਉੱਥੋਂ ਭਜਾਤਾ ਸੀਗਾ। ਤੇ ਗੁੱਸੇ ਵਿੱਚ ਆ ਕੇ 1519 ਵਿੱਚ ਹੀ ਬਾਬਰ ਨੇ ਫੇਰ ਹਮਲਾ ਕੀਤਾ ਸੀਗਾ। ਤੇ ਬਜੌਰ ਤੇ ਭੇਰਾ ਨੂੰ ਮੁੜ ਜਿੱਤਣ ਤੋਂ ਬਾਅਦ ਬਾਬਰ ਨੇ ਜਿੱਤ ਲਿਆ ਸੀ ਸਿਆਲਕੋਟ।
ਕਿਹੜਾ ਇਲਾਕਾ ਜਿੱਤਿਆ ਸੀਗਾ? ਸਿਆਲਕੋਟ। ਤੇ ਇੱਕ ਹੋਰ ਇਲਾਕਾ ਜਿੱਤਿਆ ਸੀ ਕਿਹੜਾ? ਸੈਦਪੁਰ। ਠੀਕ ਆ ਜੀ, ਇਹਨੂੰ ਮਾਨਾਬਾਦ ਵੀ ਕਹਿੰਦੇ ਹੈਗੇ। ਤੇ ਸੈਦਪੁਰ ਦਾ ਇਲਾਕਾ ਜਿੱਤਿਆ ਸੀਗਾ। ਸੈਦਪੁਰ ਦੀ ਜਿੰਨੀ ਸੈਨਾ ਸੀਗੀ ਉਹਨੂੰ ਸਾਰੀ ਸੈਨਾ ਨੂੰ ਕਤਲ ਕਰਤਾ ਸੀਗਾ ਤੇ ਉਹਦੀ ਜਨਤਾ ਉੱਪਰ ਵੀ ਬਹੁਤ ਬੁਰਾ ਸਲੂਕ ਕੀਤਾ ਗਿਆ ਸੀਗਾ। ਜਨਤਾ ਨੂੰ ਬੰਦੀ ਬਣਾ ਲਿਆ ਗਿਆ ਸੀਗਾ। ਇਹਨਾਂ ਸਾਰਿਆਂ ਅਤਿਆਚਾਰਾਂ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਵਿੱਚ ਕੀਤਾ ਸੀ। ਠੀਕ ਆ ਜੀ, ਕਿੱਥੇ ਕੀਤਾ ਸੀਗਾ? ਬਾਬਰ ਬਾਣੀ ਵਿੱਚ ਕੀਤਾ ਸੀਗਾ। ਇੰਪੋਰਟੈਂਟ ਹੈਗਾ, ਇਹ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 6 ਦੇਖੋ, ਬਾਬਰ ਨੇ ਲਾਹੌਰ ਉੱਤੇ ਕਬਜ਼ਾ ਕਦੋਂ ਕੀਤਾ? ਤਾਂ ਦੇਖੋ ਜੀ, ਬਾਬਰ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਸੀਗਾ 15 ਜਨਵਰੀ 1524 ਨੂੰ ਕੀਤਾ ਸੀ। ਠੀਕ ਆ ਜੀ, ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ। ਲਾਹੌਰ ਤੇ ਨਾਲ ਜਲੰਧਰ ਵੀ ਲਿਖ ਨੋਟ ਕਰਿਓ, ਜਲੰਧਰ ਤੇ ਨਾਲ ਦੀਪਾਲਪੁਰ। ਠੀਕ ਆ ਜੀ, ਨਾਲ ਦੀਪਾਲਪੁਰ। ਇਹਨਾਂ ਤਿੰਨਾਂ ਜਗ੍ਹਾ ਤੇ ਕਬਜ਼ਾ ਕਦੋਂ ਕੀਤਾ ਸੀਗਾ? 1524 ਵਿੱਚ ਕੀਤਾ ਸੀਗਾ, 15 ਜਨਵਰੀ 1524 ਵਿੱਚ। ਠੀਕ ਆ ਜੀ, ਇਹ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 7 ਦੇਖੋ, ਪਾਣੀਪਤ ਦੀ ਪਹਿਲੀ ਲੜਾਈ ਕਦੋਂ ਸ਼ੁਰੂ ਹੋਈ? ਤਾਂ ਦੇਖੋ ਜੀ, ਬਾਬਰ 1525 ਵਿੱਚ 12,000 ਦੀ ਸੈਨਾ ਲੈ ਕੇ, ਉਹਦੇ ਨਾਲ ਉਹਦਾ ਪੁੱਤਰ ਹਮਾਯੂ ਵੀ ਸੀਗਾ, ਭਾਰਤ ਵੱਲ ਆਇਆ ਸੀਗਾ। ਤਾਂ ਉਹਨੇ ਹਮਾਯੂ ਨੂੰ ਭੇਜਤਾ ਸੀਗਾ ਹਰਿਆਣੇ ਦੇ ਇਲਾਕਾ ਜਿੱਤਣ ਲਈ, ਆਪਣਾ ਹਾਂਸੀ ਹੋ ਗਿਆ, ਠੀਕ ਆ ਜੀ, ਅੰਬਾਲਾ ਹੋ ਗਿਆ, ਇੱਧਰ ਭੇਜਤਾ ਸੀਗਾ। ਤੇ ਆਪ ਵਧਿਆ ਸੀਗਾ ਉਹ ਪਾਣੀਪਤ ਕਣੀ। ਠੀਕ ਆ ਜੀ, ਆਪ ਪਾਣੀਪਤ ਕਣੀ ਵਧਿਆ ਸੀਗਾ। ਤਾਂ ਦੇਖੋ ਉੱਧਰ ਵੀ ਇਬਰਾਹਿਮ ਲੋਧੀ ਤਿਆਰ ਖੜਾ ਸੀਗਾ 1 ਲੱਖ ਦੀ ਸੈਨਾ ਲੈ ਕੇ, ਘੱਟੋ ਘੱਟ 8 ਗੁਣਾ ਜ਼ਿਆਦਾ ਸੈਨਾ ਲੈ ਕੇ ਖੜਾ ਸੀਗਾ। ਤਾਂ ਦੇਖੋ ਸਭ ਤੋਂ ਪਹਿਲਾਂ ਵਾਰ ਕੀਤਾ ਸੀਗਾ ਇਬਰਾਹਿਮ ਲੋਧੀ ਦੀ ਫੌਜ ਨੇ, ਕਦੋਂ ਕੀਤਾ ਸੀਗਾ? 21 ਅਪ੍ਰੈਲ 1526 ਨੂੰ ਕੀਤਾ ਸੀਗਾ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ। ਪਾਣੀਪਤ ਦੀ ਪਹਿਲੀ ਲੜਾਈ ਸ਼ੁਰੂ ਹੋਈ ਸੀਗੀ 21 ਅਪ੍ਰੈਲ 1526 ਨੂੰ ਹੋਈ ਸੀਗੀ। ਭਿਆਨਕ ਲੜਾਈ ਹੋਈ ਸੀਗੀ। ਇੰਨੀ ਸੈਨਾ ਘੱਟ ਹੋਣ ਦੇ ਬਾਵਜੂਦ ਵੀ ਬਾਬਰ ਦੀ ਜਿੱਤ ਹੋਈ ਸੀ। ਠੀਕ ਆ ਜੀ, ਤੇ ਜਿੱਤ ਦਾ ਕੀ ਕਾਰਨ ਮੰਨਿਆ ਜਾਂਦਾ ਸੀਗਾ? ਬਾਬਰ ਦੀ ਜਿੱਤ ਦਾ ਕਾਰਨ ਮੰਨਿਆ ਜਾਂਦਾ ਗਾ ਕਿਉਂਕਿ ਬਾਬਰ ਨੇ ਪਹਿਲੀ ਵਾਰ ਤੋਪਖਾਨੇ ਦਾ ਇਸਤੇਮਾਲ ਕੀਤਾ ਸੀ। ਕਿਹਦਾ ਇਸਤੇਮਾਲ ਕੀਤਾ ਸੀਗਾ? ਤੋਪਖਾਨੇ ਦਾ। ਠੀਕ ਆ ਜੀ, ਇਹ ਪ੍ਰਸ਼ਨ ਆਉਂਦਾ ਹੁੰਦਾ ਗਾ, ਤੋਪਖਾਨੇ ਦਾ ਇਸਤੇਮਾਲ ਸਭ ਤੋਂ ਪਹਿਲਾਂ ਕਿਹੜੀ ਲੜਾਈ ਵਿੱਚ ਹੋਇਆ ਸੀਗਾ? ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹੋਇਆ ਸੀ। ਠੀਕ ਆ ਜੀ, ਇਹ ਨੋਟ ਕਰਿਓ। ਤੇ ਇੱਕ ਪ੍ਰਸ਼ਨ ਇਸ ਤਰ੍ਹਾਂ ਵੀ ਆਉਂਦਾ ਹੁੰਦਾ ਗਾ, ਤੁਲਗਮਾ ਨੀਤੀ। ਤੁਲਗਮਾ ਨੀਤੀ ਦਾ ਇਸਤੇਮਾਲ ਬਾਬਰ ਨੇ ਪਹਿਲੀ ਵਾਰ ਕਿਹੜੀ ਲੜਾਈ ਵਿੱਚ ਕੀਤੀ ਸੀਗੀ? ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕੀਤਾ ਸੀ। ਠੀਕ ਆ ਜੀ, ਇਹ ਨੋਟ ਕਰਿਓ। ਤੁਲਗਮਾ ਨੀਤੀ ਦੀ ਵਰਤੋਂ ਬਾਬਰ ਨੇ ਸਭ ਤੋਂ ਪਹਿਲਾਂ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕੀਤੀ ਸੀ। ਇਹ ਨੋਟ ਕਰ ਲਓ ਸਾਰੀਆਂ ਗੱਲਾਂ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 8 ਦੇਖੋ, ਖਾਨਵਾ ਦਾ ਯੁੱਧ ਕਦੋਂ ਹੋਇਆ? ਹਾਂਜੀ, ਖਾਨਵਾ ਦਾ ਯੁੱਧ ਵੀ ਬਾਬਰ ਦਾ ਯੁੱਧ ਸੀਗਾ। ਪਹਿਲਾਂ ਇੱਕ ਗੱਲ ਨੋਟ ਕਰਿਓ, ਬਾਬਰ ਦੀਆਂ ਲੜਾਈਆਂ ਨੂੰ ਤੁਸੀਂ ਕਿਸ ਤਰ੍ਹਾਂ ਯਾਦ ਕਰ ਸਕਦੇ ਹੋ? ਤਾਂ ਦੇਖੋ 26, 27, 28 ਤੇ ਆਪਣਾ 30। ਠੀਕ ਆ ਜੀ, ਤਾਂ ਦੇਖੋ 26 ਵਿੱਚ ਪਾਣੀ ਪੀਤਾ ਮਤਲਬ ਪਾਣੀਪਤ ਦੀ ਲੜਾਈ। ਠੀਕ ਆ ਜੀ, 27 ਵਿੱਚ ਖਾਣਾ ਖਾਧਾ ਮਤਲਬ ਖਾਨਵਾ ਦੀ ਲੜਾਈ। ਠੀਕ ਆ ਜੀ, 28 ਵਿੱਚ ਚਾਹ ਪੀਤੀ ਮਤਲਬ ਚੰਦੇਰੀ ਦੀ ਲੜਾਈ। ਠੀਕ ਆ ਜੀ, ਤੇ 30 ਵਿੱਚ ਮਰ ਗਿਆ, 30 ਵਿੱਚ ਬਾਬਰ ਦੀ ਮੌਤ ਹੋ ਗਈ। ਠੀਕ ਆ ਜੀ, ਇਹ ਨੋਟ ਕਰਿਓ। 26 ਵਿੱਚ ਪਾਣੀ ਪੀਤਾ, ਪਾਣੀਪਤ ਦੀ ਪਹਿਲੀ ਲੜਾਈ। ਇੱਥੇ ਬਾਬਰ ਨੇ ਮੁਗਲ ਰਾਜ ਦੀ ਸਥਾਪਨਾ ਕੀਤੀ ਸੀਗੀ ਤੇ ਪਹਿਲਾ ਸ਼ਾਸਕ ਕੌਣ ਸੀਗਾ ਮੁਗਲ ਰਾਜ ਦਾ? ਬਾਬਰ ਬਣ ਗਿਆ ਸੀ। ਠੀਕ ਆ ਜੀ, ਤੇ 27 ਵਿੱਚ ਖਾਣਾ ਖਾਧਾ ਮਤਲਬ ਖਾਨਵਾ ਦੀ ਲੜਾਈ, ਤੇ 28 ਵਿੱਚ ਚਾਹ ਪੀਤੀ ਮਤਲਬ ਚੰਦੇਰੀ ਦੀ ਲੜਾਈ, ਤੇ 30 ਵਿੱਚ ਬਾਬਰ ਦੀ ਮੌਤ ਹੋ ਗਈ ਸੀ। ਠੀਕ ਆ ਜੀ, ਇਹ ਨੋਟ ਕਰਿਓ। ਤਾਂ ਪ੍ਰਸ਼ਨ ਨੰਬਰ 8 ਦੇਖੋ, ਖਾਨਵਾ ਯੁੱਧ ਕਦੋਂ ਹੋਇਆ? ਤਾਂ ਦੇਖੋ ਜੀ, ਖਾਨਵਾ ਯੁੱਧ ਹੋਇਆ ਸੀ, ਆਪਾਂ ਹੁਣੀ ਗੱਲ ਕਰਕੇ ਹਟੇ, ਕਦੋਂ ਹੋਇਆ ਸੀਗਾ? 1527 ਵਿੱਚ ਹੋਇਆ ਸੀਗਾ। ਇਹ ਹੋਇਆ ਸੀ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ। ਬਾਬਰ ਅਤੇ ਰਾਣਾ ਸਾਂਗਾ ਵਿਚਕਾਰ ਹੋਇਆ ਸੀ। ਨੋਟ ਕਰਿਓ, ਬਾਬਰ ਅਤੇ ਰਾਣਾ ਸਾਂਗਾ ਵਿਚਕਾਰ ਹੋਇਆ ਸੀਗਾ। ਜਿਹੜਾ ਖਾਨਵਾ ਗਾ ਇਹ ਰਾਜਸਥਾਨ ਵਿੱਚ ਪੈਂਦਾ ਗਾ, ਬਹਾਦੁਰਗੜ੍ਹ ਜ਼ਿਲ੍ਹਾ ਗਾ ਉੱਥੇ ਪੈਂਦਾ। ਠੀਕ ਆ ਜੀ, ਇੱਥੇ ਵੀ ਕੀ ਹੋਇਆ ਸੀਗਾ? ਬਾਬਰ ਦੀ ਜਿੱਤ ਹੋਈ ਸੀ। ਨੋਟ ਕਰੋ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 9 ਦੇਖੋ, ਚੰਦੇਰੀ ਦਾ ਯੁੱਧ ਬਾਬਰ ਅਤੇ ਕਿਸ ਦੇ ਵਿਚਕਾਰ ਹੋਇਆ? ਹਾਂਜੀ, ਚੰਦੇਰੀ ਦਾ ਯੁੱਧ ਹੋਇਆ ਸੀਗਾ ਬਾਬਰ ਅਤੇ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜਾਊਗਾ, ਮੇਦਨੀ ਰਾਏ। ਠੀਕ ਆ ਜੀ, ਦੁਰਗਾ ਮੇਦਨੀ ਰਾਏ। ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜਾਊਗਾ। ਬਾਬਰ ਅਤੇ ਦੁਰਗਾ ਮੇਦਨੀ ਰਾਏ ਵਿਚਕਾਰ ਹੋਇਆ ਸੀਗਾ। ਕਦੋਂ ਹੋਇਆ ਸੀਗਾ? ਇਹ ਹੋਇਆ ਸੀਗਾ 20 ਜਨਵਰੀ। ਕਿਵੇਂ ਯਾਦ ਕਰਨਾ? ਤੁਹਾਨੂੰ ਦੱਸਿਆ ਸੀਗਾ 1528 ਵਿੱਚ ਹੋਇਆ। ਠੀਕ ਆ ਜੀ, ਇਹ ਤਾਂ ਸਭ ਨੂੰ ਪਤਾ ਹੋਣਾ ਗਾ, ਆਪਾਂ ਉੱਪਰ ਪੜ੍ਹਿਆ ਸੀਗਾ। 28 ਵਿੱਚ ਕੀ ਹੋਇਆ ਸੀਗਾ? ਚਾਹ ਪੀਤੀ ਮਤਲਬ ਚੰਦੇਰੀ ਦਾ ਯੁੱਧ। ਠੀਕ ਆ ਜੀ, ਇਸ ਤਰ੍ਹਾਂ ਆਪਾਂ ਯਾਦ ਕਰ ਸਕਦੇ ਹਾਂਗੇ। ਜਿਹੜਾ ਚੰਦੇਰੀ ਹੈਗਾ ਇਹ ਮੱਧ ਪ੍ਰਦੇਸ਼ ਵਿੱਚ ਪੈਂਦਾ ਗਾ, ਨੋਟ ਕਰਿਓ। ਤਾਂ ਇੱਥੇ ਵੀ ਕੀ ਹੋਇਆ ਸੀਗਾ? ਬਾਬਰ ਦੀ ਜਿੱਤ ਹੋਈ ਸੀ। ਠੀਕ ਆ ਜੀ, ਇਹ ਨੋਟ ਕਰ ਲਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 10 ਦੇਖੋ, ਬਾਬਰ ਦੀ ਮੌਤ ਕਦੋਂ ਹੋਈ? ਹਾਂਜੀ, ਬਾਬਰ ਦੀ ਮੌਤ ਹੋਈ ਸੀ ਆਪਣਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ 1530 ਵਿੱਚ। ਜੇ ਆਪਾਂ ਡੇਟ ਦੀ ਗੱਲ ਕਰੀਏ 26 ਦਸੰਬਰ 1530 ਵਿੱਚ ਹੋਈ ਸੀ। ਠੀਕ ਆ ਜੀ, ਤੇ ਬਾਬਰ ਦਾ ਮਕਬਰਾ ਕਿੱਥੇ ਹੈ? ਵੀ ਪ੍ਰਸ਼ਨ ਆਉਂਦਾ ਹੁੰਦਾ ਗਾ, ਕਿੱਥੇ ਹੈਗਾ? ਕਾਬੁਲ ਵਿੱਚ ਹੈਗਾ। ਕਿੱਥੇ ਹੈਗਾ? ਕਾਬੁਲ ਵਿੱਚ ਆ। ਠੀਕ ਆ ਜੀ, ਅਫਗਾਨਿਸਤਾਨ ਦੀ ਰਾਜਧਾਨੀ। ਉੱਥੇ ਆਪਣਾ ਹੈਗਾ ਇੱਕ ਬਾਬਰ ਗਾਰਡਨ ਹੈਗਾ, ਉੱਥੇ ਉਹਦਾ ਮਕਬਰਾ ਸਥਿਤ ਆ। ਠੀਕ ਆ ਜੀ, ਨੋਟ ਕਰਿਓ। ਤੇ ਬਾਬਰ ਤੋਂ ਬਾਅਦ ਕੌਣ ਬਣਿਆ ਸੀ ਸ਼ਾਸਕ? ਬਾਬਰ ਤੋਂ ਬਾਅਦ ਬਣਿਆ ਸੀ ਸ਼ਾਸਕ 1530 ਵਿੱਚ ਉਸ ਦਾ ਪੁੱਤਰ ਬਣਿਆ ਸੀਗਾ ਹਮਾਯੂ। ਠੀਕ ਆ ਜੀ, ਨੋਟ ਕਰਿਓ। ਹਮਾਯੂ ਬਣਿਆ ਸੀਗਾ ਦੂਸਰਾ ਮੁਗਲ ਬਾਦਸ਼ਾਹ ਬਣਿਆ ਸੀਗਾ ਬਾਬਰ ਤੋਂ ਬਾਅਦ। ਠੀਕ ਆ ਜੀ, 1530 ਵਿੱਚ। ਇਹ ਨੋਟ ਕਰਿਓ, ਬਾਬਰ ਦੀ ਮੌਤ ਤੋਂ ਬਾਅਦ। ਚਲੋ ਅਗਲਾ ਪ੍ਰਸ਼ਨ ਦੇਖੋ ਜੀ।
हाँ जी प्रश्न नंबर 11 देखो, बाबर की आत्मकथा बाबरनामा का फारसी में अनुवाद किसने किया? हाँ जी बाबर ने अपनी ऑटोबायोग्राफी लिखी सी तुर्की में, किहड़ी भाषा में? तुर्की में लिखी सी। वह फारसी में अनुवाद किया। ऑप्शन नंबर डी बिल्कुल राइट आंसर आ जाऊगा, अब्दुल रहीम खान खाना ने। ठीक है जी, अब्दुल रहीम खान खाना ने। तो बाबर की जी आत्मकथा गई, इनू एक होर नाम नाल भी बुलाया जाता गा, तुजक ए बाबरी। किहड़े नाम नाल? नोट करियो, ये प्रश्न आउंदा हुंदा गा, तुजक, इस तरह कुछ आएगा, तुजक ए बाबरी, तुजक ए बाबरी। ठीक है जी, इस तरह के नाम नाल बुलाया जाता, नोट करियो। चलो अगला प्रश्न देखो जी। हाँ जी प्रश्न नंबर 12 देखो, चौसा युद्ध कदों होया? हाँ जी चौसा युद्ध होया सीगा, ऑप्शन नंबर बी बिल्कुल राइट आंसर आ जाऊगा, 1549 ਵਿੱਚ होया। ठीक है जी, 26 जून 1549 ਨੂੰ ਹੋਇਆ ਸੀਗਾ। ਕਿਹਦੇ ਵਿਚਕਾਰ ਹੋਇਆ ਸੀਗਾ? ਇਹ ਹੋਇਆ ਸੀਗਾ ਹਮਾਯੂ, ਬਾਬਰ ਦੇ ਪੁੱਤਰ ਹਮਾਯੂ ਅਤੇ ਸ਼ੇਰਸ਼ਾਹ ਸੂਰੀ ਦੇ ਵਿਚਕਾਰ ਹੋਇਆ ਸੀਗਾ, ਅਤੇ ਸ਼ੇਰਸ਼ਾਹ ਸੂਰੀ ਦੇ ਵਿਚਕਾਰ ਹੋਇਆ ਸੀ। ਨੋਟ ਕਰਿਓ, ਇੱਥੇ ਜਿੱਤ ਕਿਹਦੀ ਹੋਈ ਸੀਗੀ? ਸ਼ੇਰਸ਼ਾਹ ਸੂਰੀ ਦੀ ਹੋਈ ਸੀ। ਠੀਕ ਹੈ ਜੀ, ਸ਼ੇਰਸ਼ਾਹ ਸੂਰੀ ਦੀ ਜਿੱਤ ਹੋਈ ਸੀਗੀ। ਤੇ 1540 ਵਿੱਚ ਵੀ ਇੱਕ ਯੁੱਧ ਹੋਇਆ ਸੀਗਾ, ਹਮਾਯੂ ਅਤੇ ਸ਼ੇਰਸ਼ਾਹ ਸੂਰੀ ਵਿਚਕਾਰ ਹੋਇਆ ਸੀਗਾ। ਕਿਹੜਾ ਯੁੱਧ ਹੋਇਆ ਸੀਗਾ? ਬਿਲਗਰਾਮ ਦਾ। ਬਿਲਗਰਾਮ ਦਾ ਯੁੱਧ ਕਦੋਂ ਹੋਇਆ ਸੀਗਾ? 1540 ਵਿੱਚ ਹੋਇਆ ਸੀਗਾ। ਇਹਨੂੰ ਕਨੌਜ ਦਾ ਯੁੱਧ ਵੀ ਕਹਿੰਦੇ ਹੈਗੇ। ਕਿਹੜਾ ਯੁੱਧ ਕਹਿੰਦੇ ਹੈਗੇ? ਕਨੌਜ ਦਾ। ਠੀਕ ਆ ਜੀ, ਇੱਥੇ ਵੀ ਸ਼ੇਰਸ਼ਾਹ ਸੂਰੀ ਜਿੱਤ ਹੋਈ ਸੀਗੀ। ਹਮਾਯੂ ਆਪਣੀ ਜਾਨ ਬਚਾ ਕੇ ਭੱਜ ਗਿਆ ਸੀਗਾ, ਸਿੰਧ ਕਣੀ ਨੂੰ ਭੱਜ ਗਿਆ ਸੀ। ਠੀਕ ਆ ਜੀ, ਇਹ ਪ੍ਰਸ਼ਨ ਆਉਂਦਾ ਹੁੰਦਾ ਗਾ, ਹਮਾਯੂ ਕਿੱਧਰ ਨੂੰ ਭੱਜਿਆ ਸੀਗਾ? ਸਿੰਧ ਕਣੀ ਨੂੰ ਗਿਆ ਸੀ। ਠੀਕ ਆ ਜੀ, ਸਿੰਧੂ ਹੁੰਦਾ ਹੋਇਆ ਈਰਾਨ ਵਗ ਗਿਆ ਸੀਗਾ, ਈਰਾਨ 15 ਸਾਲ ਰਿਹਾ ਸੀ। ਠੀਕ ਆ ਜੀ, ਇਹ ਨੋਟ ਕਰਿਓ। ਤੇ ਸ਼ੇਰਸ਼ਾਹ ਸੂਰੀ ਨੂੰ ਸ਼ੇਰ ਖਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਕਿਹੜੇ ਨਾਮ ਨਾਲ? ਸ਼ੇਰ ਖਾਂ ਦੇ ਨਾਮ ਨਾਲ। ਕਿਉਂ ਜਾਣਿਆ ਜਾਂਦਾ ਗਾ? ਇਹ ਵੀ ਪ੍ਰਸ਼ਨ ਆਉਂਦਾ ਹੁੰਦਾ ਗਾ, ਕਿਉਂਕਿ ਇਹਨੇ ਸ਼ੇਰ ਦੀ ਗਰਦਨ ਵੱਢਤੀ ਸੀਗੀ ਇੱਕ ਝਟਕੇ ਨਾਲ। ਠੀਕ ਆ ਜੀ, ਸ਼ੇਰਸ਼ਾਹ ਸੂਰੀ ਨੇ। ਇਹ ਨੋਟ ਕਰਿਓ। ਤੇ ਜਿਹੜੀ ਸ਼ੇਰਸ਼ਾਹ ਸੂਰੀ ਦਾ ਨਾਮ ਪਿਆ ਗਾ, ਇਹ 1549 ਦੇ ਯੁੱਧ ਤੋਂ ਬਾਅਦ ਹੀ ਪਿਆ ਸੀ। ਠੀਕ ਆ ਜੀ, ਕਿਹੜੇ ਯੁੱਧ ਤੋਂ ਬਾਅਦ? ਚੌਸਾ ਦੇ ਯੁੱਧ ਤੋਂ ਬਾਅਦ ਹੀ ਇਹਦਾ ਨਾਮ ਪਿਆ ਸੀਗਾ ਸ਼ੇਰਸ਼ਾਹ ਸੂਰੀ। ਇਹ ਸਾਰੀਆਂ ਗੱਲਾਂ ਨੋਟ ਕਰੋ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। हाँ जी प्रश्न नंबर 13 देखो, बिलग्राम के युद्ध तो बाद हमायू कित्थे गया? हाँ जी, आप उपर ही गल करके हटिया, किधर नूं गया सीगा? सिंध वल गया सीगा। ऑप्शन नंबर डी बिल्कुल राइट आंसर आ जाओ। ठीक है जी, सिंधु हुंदा गया ईरान गया सीगा, ते ईरान रहा सीगा 15 साल। ठीक है जी, ये नोट कर लो। चलो अगला प्रश्न देखो जी। हाँ जी प्रश्न नंबर 14 देखो, शेरशाह सूरी की मौत कदों हुई? हाँ जी शेरशाह सूरी की मौत हुई सी अपना ऑप्शन नंबर इत्थे ए बिल्कुल राइट आंसर आ जाऊगा, 1545 ਵਿੱਚ ਹੋਈ ਸੀ। ਆਪਾਂ डेट की गल करिए 22 मई 1545 ਨੂੰ ਹੋਈ ਸੀ। ठीक है जी, तो ਇਹਦਾ ਮਕਬਰਾ ਕਿੱਥੇ ਬਣਿਆ ਹੋਇਆ? ਪ੍ਰਸ਼ਨ ਆਉਂਦਾ ਹੁੰਦਾ ਸ਼ੇਰਸ਼ਾਹ ਸੂਰੀ ਦਾ, ਇਹ ਬਣਿਆ ਹੋਇਆ ਬਿਹਾਰ ਵਿੱਚ ਸਾਸਾਰਾਮ ਵਿੱਚ। ਕਿੱਥੇ ਹੈਗਾ? ਸਾਸਾਰਾਮ ਵਿੱਚ ਬਣਿਆ ਹੋਇਆ। ਠੀਕ ਹੈ ਜੀ, ਇਹ ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। हाँ जी प्रश्न नंबर 15 देखो, शेरशाह सूरी का उत्तराधिकारी कौन सी? तो देखो जी, शेरशाह सूरी की मौत तो बाद जो उत्तराधिकारी बनया सीगा, ऑप्शन नंबर बी बिल्कुल राइट आंसर आ जाऊगा, इस्लाम शाह सूरी बनया सी। ठीक है जी, तो एक गल होर नोट करियो, आप पढ़िया सीगा भी 1540 ਵਿੱਚ ਸ਼ੇਰਸ਼ਾਹ ਸੂਰੀ ਨੇ ਕਿਹਨੂੰ ਹਰਾਤਾ ਸੀਗਾ? ਹਮਾਯੂ ਨੂੰ ਹਰਾਤਾ ਸੀ। ਠੀਕ ਹੈ ਜੀ, ਉਹ ਕਿੱਧਰ ਭੱਜ ਗਿਆ ਸੀਗਾ? ਈਰਾਨ ਕਣੀ ਭੱਜ ਗਿਆ ਸੀਗਾ। ਤੇ 15 ਸਾਲ ਉੱਥੇ ਰਹਿਣ ਮਗਰੋਂ, ਈਰਾਨ ਵਿੱਚ 15 ਸਾਲ ਰਹਿਣ ਮਗਰੋਂ 1555 ਵਿੱਚ ਹਮਾਯੂ ਵਾਪਸ ਆ ਗਿਆ ਸੀਗਾ। ਠੀਕ ਹੈ ਜੀ, ਹਮਾਯੂ ਵਾਪਸ ਆਇਆ ਸੀਗਾ ਤੇ ਸਰਹਿੰਦ ਵਿਖੇ, ਕਿੱਥੇ? ਸਰਹਿੰਦ ਵਿਖੇ ਉਹਦਾ ਯੁੱਧ ਹੋਇਆ ਸੀਗਾ। ਕਿਹਦੇ ਨਾਲ ਹੋਇਆ ਸੀਗਾ? ਸਿਕੰਦਰ ਸ਼ਾਹ ਸੂਰੀ ਨਾਲ। ਸਿਕੰਦਰ ਸ਼ਾਹ ਸੂਰੀ ਕੌਣ ਸੀਗਾ? 1555 ਵਿੱਚ ਸੂਰੀ ਸਮਰਾਜ ਦਾ ਕੀ ਸੀਗਾ? ਰਾਜਾ ਸੀ। ਠੀਕ ਹੈ ਜੀ, 1555 ਵਿੱਚ। ਨੋਟ ਕਰਿਓ, ਕੌਣ ਸੀਗਾ? ਸਿਕੰਦਰ ਸ਼ਾਹ ਸੂਰੀ। ਉਹਦਾ ਸਿਕੰਦਰ ਸ਼ਾਹ ਸੂਰੀ ਨਾਲ ਯੁੱਧ ਹੋਇਆ ਸੀਗਾ ਤੇ ਜਿੱਤ ਕਿਹਦੀ ਹੋਈ ਸੀਗੀ? ਹਮਾਯੂ ਦੀ ਹੋਈ ਸੀ। ਇੱਥੇ ਜਿੱਤ ਕਿਹਦੀ ਹੋਈ ਸੀਗੀ? ਹਮਾਯੂ ਦੀ ਹੋਈ ਸੀ। ਤੇ ਹਮਾਯੂ ਨੇ ਆਪਣਾ ਰਾਜ ਭਾਗ ਵਾਪਸ ਲੈ ਲਿਆ ਸੀ, ਜਿਹੜਾ ਉਹਦੇ ਬਾਪ ਨੇ ਬਣਾਇਆ ਸੀਗਾ, ਬਾਬਰ ਨੇ। ਠੀਕ ਹੈ ਜੀ, ਇਹ ਨੋਟ ਕਰਿਓ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲਾਂ ਨੇਗੀਆਂ, ਇਹ ਨੋਟ ਕਰੀ ਜਾਇਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। हाँ जी प्रश्न नंबर 16 देखो, अकबर दिल्ली का शासक कदों बनया? तो जी देखो 1556 ਵਿੱਚ ਹਮਾਯੂ ਦੀ ਮੌਤ ਹੋ ਗਈ ਸੀ। ठीक है जी, 1556 ਵਿੱਚ ਹਮਾਯੂ ਦੀ ਮੌਤ ਹੋ ਗਈ ਸੀ। ਹਮਾਯੂ ਅਕਬਰ ਦਾ ਬਾਪ ਸੀਗਾ, ਤਾਂ 1556 ਵਿੱਚ ਉਹਦਾ ਪੁੱਤਰ ਅਕਬਰ ਦਿੱਲੀ ਦਾ ਸ਼ਾਸਕ ਬਣਿਆ ਸੀ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ। ਜੇ ਡੇਟ ਪੁੱਛ ਲੈਣ ਵੀ ਰਾਜ ਤਿਲਕ ਕਦੋਂ ਹੋਇਆ ਸੀ ਅਕਬਰ ਦਾ, ਕਦੋਂ ਹੋਇਆ ਸੀਗਾ? 24 ਫਰਵਰੀ 1556 ਨੂੰ ਹੋਇਆ ਸੀ। ਠੀਕ ਹੈ ਜੀ, ਇਹ ਨੋਟ ਕਰਿਓ, 24 ਫਰਵਰੀ 1556 ਨੂੰ ਹੋਇਆ ਸੀਗਾ। ਤੇ ਇੱਕ ਪ੍ਰਸ਼ਨ ਹੋਰ ਆਉਂਦਾ ਹੁੰਦਾਗਾ, ਦੀਨ ਏ ਇਲਾਹੀ ਧਰਮ ਦੀ ਸ਼ੁਰੂਆਤ किसने की? दीन ए इलाही धर्म की शुरुआत किसने की? अकबर ने की। ठीक है जी, एक प्रश्न होर आउंदा हुंदा गा, दीन ए इलाही धर्म नूं अपनाउण वाला पहला हिंदू शासक कौन सीगा? बीरबल सी। कौन सीगा? बीरबल सी। ठीक है जी, ये भी नोट कर लो। चलो अगला प्रश्न देखो जी। हाँ जी प्रश्न नंबर 17 देखो, पानीपत की दूजी लड़ाई कदों हुई सी? हाँ जी पानीपत की दूजी लड़ाई हुई सी, ऑप्शन नंबर बी बिल्कुल राइट आंसर आ जाऊगा, 1556 ਵਿੱਚ ਹੋਈ ਸੀ। ठीक है जी, 5 नवंबर 1556 ਨੂੰ ਹੋਈ ਸੀ। ਕਿਹਦੇ ਵਿਚਕਾਰ? ਇੱਕ ਅਕਬਰ ਤੇ ਇੱਕ ਕੌਣ ਸੀਗਾ? ਇੱਕ ਸੀਗਾ ਹੇਮੂ। ਇੱਕ ਕੌਣ ਸੀਗਾ? ਹੇਮੂ। ਠੀਕ ਹੈ ਜੀ, ਹੇਮੂ ਦਾ ਪੂਰਾ ਨਾਮ ਕੀ ਸੀਗਾ? ਹੇਮਚੰਦਰ ਵਿਕਰਮਾਦਿੱਤ। ਕੀ ਸੀਗਾ? ਹੇਮਚੰਦਰ ਵਿਕਰਮਾਦਿੱਤ। ਅਸੀਂ ਨੋਟ ਕਰਿਓ। ਤੇ ਅਕਬਰ ਦਾ ਜਿਹੜਾ ਸੈਨਾਪਤੀ ਸੀ ਉਹ ਕੌਣ ਸੀ? ਇੱਕ ਬੇਰਮ ਖਾਨ ਸੀਗਾ, ਇੱਕ ਜੁਮਾਨ ਖਾਨ ਸੀ। ਠੀਕ ਹੈ ਜੀ, ਪੁੱਛਦੇ ਹੁੰਦੇ ਆਗੇ ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਦੇ ਸੈਨਾਪਤੀ ਕੌਣ ਸੀਗੇ? ਇੱਕ ਬੇਰਮ ਖਾਨ ਸੀਗੇ, ਇੱਕ ਜੁਮਾਨ ਖਾਨ ਸੀਗੇ। ਤੇ ਇੱਥੇ ਜਿੱਤ ਕਿਹਦੀ ਹੋਈ ਸੀਗੀ? ਅਕਬਰ ਦੀ ਜਿੱਤ ਹੋਈ ਸੀ। ਠੀਕ ਹੈ ਜੀ, ਅਕਬਰ ਦੀ ਜਿੱਤ ਹੋਈ ਸੀਗੀ ਪਾਣੀਪਤ ਦੀ ਦੂਜੀ ਲੜਾਈ ਵਿੱਚ। ਇਹ ਸਾਰੀਆਂ ਗੱਲਾਂ ਨੋਟ ਕਰ ਲਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ।
ਹਾਂਜੀ ਪ੍ਰਸ਼ਨ ਨੰਬਰ 18 ਦੇਖੋ, ਅਕਬਰ ਦਾ ਸੈਨਾਪਤੀ ਕੌਣ ਸੀ? ਹਾਂਜੀ ਅਕਬਰ ਦਾ ਸੈਨਾਪਤੀ ਸੀਗਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਮਾਨ ਸਿੰਘ ਰਿਹਾ ਸੀ। ਠੀਕ ਆ ਜੀ, ਮਾਨ ਸਿੰਘ ਅਕਬਰ ਦਾ ਸੈਨਾਪਤੀ ਰਿਹਾ ਸੀ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 19 ਦੇਖੋ, ਅਕਬਰਨਾਮਾ ਗ੍ਰੰਥ ਦੀ ਰਚਨਾ ਕਿਸ ਨੇ ਕੀਤੀ? ਹਾਂਜੀ ਅਕਬਰਨਾਮਾ ਗ੍ਰੰਥ ਦੀ ਰਚਨਾ ਕੀਤੀ ਸੀਗੀ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਅਬੁਲ ਫਜ਼ਲ ਨੇ ਕੀਤੀ ਸੀ। ਠੀਕ ਆ ਜੀ, ਇਹਦੇ ਵਿੱਚ ਕੀ ਸੀਗਾ? ਜੀਵਨ ਕਥਾ ਬਾਰੇ ਸੀਗਾ, ਅਕਬਰ ਦੀ ਜੀਵਨ ਕਥਾ ਬਾਰੇ, ਇਹ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 20 ਦੇਖੋ, ਅਕਬਰ ਦਾ ਉੱਤਰਾਧਿਕਾਰੀ ਕੌਣ ਬਣਿਆ? ਹਾਂਜੀ ਅਕਬਰ ਦਾ ਉੱਤਰਾਧਿਕਾਰੀ ਬਣਿਆ ਸੀਗਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਜਹਾਂਗੀਰ ਬਣਿਆ ਸੀ। ਠੀਕ ਆ ਜੀ, ਅਕਬਰ ਤੋਂ ਬਾਅਦ ਜਹਾਂਗੀਰ ਹੋਇਆ ਸੀਗਾ ਮੁਗਲ ਸ਼ਾਸਕ, ਨੋਟ ਕਰਿਓ। ਕਦੋਂ ਬਣਿਆ ਸੀਗਾ? 1605 ਵਿੱਚ ਬਣਿਆ ਸੀਗਾ। ਕਦੋਂ ਬਣਿਆ ਸੀਗਾ? 1605 ਵਿੱਚ ਬਣਿਆ ਸੀ। ਡੇਟ ਪੁੱਛ ਲੈਣ, 24 ਨਵੰਬਰ 1605 ਵਿੱਚ ਬਣਿਆ ਸੀ। ਠੀਕ ਆ ਜੀ, ਇਹ ਨੋਟ ਕਰਿਓ। ਪਹਿਲਾ ਨਾਮ ਕੀ ਸੀਗਾ ਜਹਾਂਗੀਰ ਦਾ? ਸਲੀਮ ਸੀਗਾ, ਸ਼ਹਿਜ਼ਾਦਾ ਸਲੀਮ। ਫਿਰ ਨਾਂ ਕੀ ਹੋ ਗਿਆ ਸੀਗਾ? ਜਹਾਂਗੀਰ ਹੋ ਗਿਆ ਸੀ। ਠੀਕ ਆ ਜੀ, ਇਹ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 21 ਦੇਖੋ, ਭਾਰਤ ਵਿੱਚ ਗ੍ਰਾਂਡ ਟਰੰਕ ਰੋਡ ਕਿਸ ਨੇ ਬਣਾਇਆ? ਹਾਂਜੀ ਗ੍ਰਾਂਡ ਟਰੰਕ ਰੋਡ ਬਣਾਇਆ ਸੀਗਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਸੀ। ਠੀਕ ਆ ਜੀ, ਨੋਟ ਕਰਿਓ। ਜਿਹਨੂੰ ਅੱਜ ਕੱਲ੍ਹ ਕਿਹਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ? ਜੀਟੀ ਰੋਡ ਕਹਿ ਕੇ ਬੁਲਾਉਂਦੇ ਆਪਾਂ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 22 ਦੇਖੋ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾਇਆ ਸੀਗਾ? ਹਾਂਜੀ ਸਭ ਨੂੰ ਪਤਾ ਹੀ ਹੋਣਾਗਾ ਕਿਸ ਨੇ ਕਰਵਾਇਆ ਸੀਗਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਜਹਾਂਗੀਰ ਨੇ ਕਰਵਾਇਆ ਸੀ। ਠੀਕ ਆ ਜੀ, ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 23 ਦੇਖੋ, ਬੁਲੰਦ ਦਰਵਾਜ਼ੇ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਹਾਂਜੀ ਬੁਲੰਦ ਦਰਵਾਜ਼ੇ ਦਾ ਨਿਰਮਾਣ ਕਰਾਇਆ ਸੀਗਾ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜਾਊਗਾ ਅਕਬਰ ਨੇ ਕਰਵਾਇਆ ਸੀ। ਠੀਕ ਆ ਜੀ, ਇਹ ਗੁਜਰਾਤ ਜਿੱਤਣ ਤੋਂ ਮਗਰੋਂ, ਗੁਜਰਾਤ ਦੀ ਜਿੱਤ ਤੋਂ ਮਗਰੋਂ ਕਰਵਾਇਆ ਸੀ। ਠੀਕ ਆ ਜੀ, ਇਹ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 24 ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਕਦੋਂ ਸ਼ਹੀਦ ਹੋਏ ਸਨ? ਹਾਂਜੀ ਕਦੋਂ ਸ਼ਹੀਦ ਹੋਏ ਸਨ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਬੀ 1675 ਵਿੱਚ। ਠੀਕ ਆ ਜੀ, 24 ਨਵੰਬਰ 1675 ਵਿੱਚ ਸ਼ਹੀਦ ਹੋਏ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ। ਤੇ ਜਨਮ ਕਦੋਂ ਹੋਇਆ ਸੀਗਾ? 21 ਅਪ੍ਰੈਲ 1621 ਨੂੰ। ਠੀਕ ਆ ਜੀ, ਇਹ ਵੀ ਨੋਟ ਕਰਿਓ। ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀਗਾ? ਔਰੰਗਜ਼ੇਬ ਨੇ। ਕਿਹਨਾਂ ਨੇ ਕਰਾਇਆ ਸੀਗਾ? ਔਰੰਗਜ਼ੇਬ ਨੇ। ਠੀਕ ਆ ਜੀ, ਕਿਉਂ ਕਰਵਾਇਆ ਸੀਗਾ? ਕਿਉਂਕਿ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਕੀਤੀ ਸੀ। ਠੀਕ ਹੈ ਜੀ, ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 25 ਦੇਖੋ, ਸ਼ਾਹਜਹਾਨ ਕਿੰਨਵਾਂ ਮੁਗਲ ਬਾਦਸ਼ਾਹ ਸੀ? ਹਾਂਜੀ ਕਿੰਨਵਾਂ ਸੀਗਾ? ਸਭ ਨੂੰ ਪਤਾ ਹੀ ਹੋਣਾਗਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਪੰਜਵਾਂ ਸੀ। ਠੀਕ ਆ ਜੀ, ਤਾਂ ਦੇਖੋ ਪਹਿਲਾ ਕੌਣ ਸੀਗਾ? ਬਾਬਰ ਸੀਗਾ। ਦੂਸਰਾ ਕੌਣ ਸੀਗਾ? ਹੁਮਾਯੂੰ ਸੀ। ਠੀਕ ਆ ਜੀ, ਤੀਸਰਾ ਮੁਗਲ ਬਾਦਸ਼ਾਹ ਕੌਣ ਸੀਗਾ? ਅਕਬਰ ਸੀਗਾ। ਤੇ ਚੌਥਾ ਕੌਣ ਸੀਗਾ? ਜਹਾਂਗੀਰ ਸੀਗਾ। ਤੇ ਪੰਜਵਾਂ ਕੌਣ ਸੀਗਾ? ਸ਼ਾਹਜਹਾਨ ਸੀ। ਠੀਕ ਆ ਜੀ, ਤਾਜ ਮਹਿਲ ਕਿਹਨੇ ਬਣਾਇਆ ਸੀਗਾ? ਸ਼ਾਹਜਹਾਨ ਨੇ ਬਣਾਇਆ ਸੀਗਾ। ਇਹ ਸਾਰੀ ਗੱਲਾਂ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 26 ਦੇਖੋ, ਹੁਮਾਯੂੰਨਾਮਾ ਦੀ ਰਚਨਾ ਕਿਸ ਨੇ ਕੀਤੀ? ਹਾਂਜੀ ਹੁਮਾਯੂੰਨਾਮਾ ਦੀ ਰਚਨਾ ਕੀਤੀ ਸੀਗੀ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜਾਊਗਾ ਗੁਲਬਦਨ ਬੇਗਮ ਨੇ। ਠੀਕ ਆ ਜੀ, ਇਹ ਹੁਮਾਯੂੰ ਦੀ ਭੈਣ ਸੀਗੀ, ਨੋਟ ਕਰਿਓ, ਇਹ ਹੁਮਾਯੂੰ ਦੀ ਭੈਣ ਸੀਗੀ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 27 ਦੇਖੋ, ਆਖਰੀ ਮੁਗਲ ਸ਼ਾਸਕ ਕੌਣ ਸੀ? ਹਾਂਜੀ ਕੌਣ ਸੀ? ਇਹਦਾ ਆਨਸਰ ਤੁਸੀਂ ਕਮੈਂਟ ਕਰਕੇ ਦੱਸ ਦਿਓ। ਇਹਦਾ ਆਨਸਰ ਤੁਸੀਂ ਕਮੈਂਟ ਕਰਕੇ ਦੱਸ ਦਿਓ। ਠੀਕ ਆ ਜੀ, ਤੇ ਸਾਰੇ ਵਿਦਿਆਰਥੀਆਂ ਨੇ ਸਹੀ ਆਨਸਰ ਦੇਣਾਗਾ। ਤੇ ਇੱਥੇ ਆਪਣਾ ਆਹ ਟੌਪਿਕ ਸਮਾਪਤ ਹੋ ਗਿਆ। ਤੇ ਹੁਣ ਆਪਾਂ ਅੱਗੇ ਪੜਾਂਗੇ ਪੰਜਾਬ ਦੇ ਪਵਿੱਤਰ ਸਥਾਨ, ਅਜਾਇਬ ਘਰ, ਪੰਜਾਬ ਦੇ ਕਿਲੇ ਤੇ ਪੰਜਾਬ ਦੇ ਮਹਿਲਾਂ ਬਾਰੇ। ਠੀਕ ਆ ਜੀ, ਹਾਂਜੀ ਪੰਜਾਬ ਦੇ ਪਵਿੱਤਰ ਸਥਾਨ, ਪੰਜਾਬ ਦੇ ਅਜਾਇਬ ਘਰ, ਪੰਜਾਬ ਦੇ ਕਿਲੇ ਅਤੇ ਪੰਜਾਬ ਦੇ ਮਹਿਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਆਪਣਾ। ਅਕਸਰ ਪੇਪਰਾਂ ਵਿੱਚ ਇਸ ਟੌਪਿਕ ਤੋਂ ਪ੍ਰਸ਼ਨ ਦੇਖਣ ਨੂੰ ਮਿਲ ਜਾਂਦੇ ਹੈਗੇ, ਸੋ ਸਾਰਿਆਂ ਨੂੰ ਧਿਆਨ ਨਾਲ ਦੇਖਣਾਗਾ। ਤਾਂ ਦੇਖੋ ਪ੍ਰਸ਼ਨ ਨੰਬਰ 28 ਦੇਖੋ, ਗੁਰਦੁਆਰਾ ਬੇਰ ਸਾਹਿਬ ਕਿੱਥੇ ਸਥਿਤ ਹੈ? ਹਾਂਜੀ ਕਿੱਥੇ ਸਥਿਤ ਹੈ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਬੀ ਸੁਲਤਾਨਪੁਰ ਲੋਧੀ ਵਿਖੇ ਸਥਿਤ ਹੈ। ਠੀਕ ਆ ਜੀ, ਗੁਰਦੁਆਰਾ ਬੇਰ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈਗਾ। ਇੱਥੇ ਗੁਰੂ ਜੀ ਨੇ ਇੱਕ ਬੇਰੀ ਹੇਠਾਂ ਬੈਠ ਕੇ ਤਪੱਸਿਆ ਕੀਤੀ ਸੀਗੀ। ਤੇ ਬਟਾਲਾ ਵਿਖੇ ਸਥਿਤ ਹੈਗਾ ਗੁਰਦੁਆਰਾ ਕੰਧ ਸਾਹਿਬ। ਗੁਰਦੁਆਰਾ ਕੰਧ ਸਾਹਿਬ ਕਿੱਥੇ ਸਥਿਤ ਹੈਗਾ? ਇਹ ਬਟਾਲਾ ਵਿਖੇ ਸਥਿਤ ਹੈਗਾ। ਇਹ ਵੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈਗਾ। ਇੱਥੇ ਗੁਰੂ ਜੀ ਦੇ ਵਿਆਹ ਵੇਲੇ ਗੁਰੂ ਜੀ ਇੱਕ ਕੰਧ ਦੇ ਥੱਲੇ ਬੈਠੇ ਸੀਗੇ, ਤਾਂ ਇੱਕ ਮਾਤਾ ਨੇ ਉਹਨਾਂ ਨੂੰ ਕਿਹਾ ਵੀ ਕੰਧ ਡਿੱਗਣ ਵਾਲੀ ਹੈਗੀ, ਕੰਧ ਦੇ ਥੱਲੇ ਨਾ ਬੈਠੋ। ਤਾਂ ਗੁਰੂ ਜੀ ਨੇ ਜਵਾਬ ਦਿੱਤਾ ਸੀਗਾ ਵੀ ਕੰਧ ਸਦੀਆਂ ਤੱਕ ਇਸ ਤਰੀ ਖੜੀ ਰਹੂਗੀ, ਤੇ ਕੰਧ ਅੱਜ ਵੀ ਹੈਗੀ। ਸੋ ਗੁਰਦੁਆਰਾ ਕੰਧ ਸਾਹਿਬ ਕਿੱਥੇ ਹੈਗਾ? ਇਹ ਬਟਾਲਾ ਵਿਖੇ ਸਥਿਤ ਹੈਗਾ। ਤੇ ਅੰਮ੍ਰਿਤਸਰ ਵਿਖੇ ਸਭ ਨੂੰ ਪਤਾ ਜੀ ਵਰਲਡ ਫੇਮਸ ਦਰਬਾਰ ਸਾਹਿਬ। ਉਸ ਤੋਂ ਇਲਾਵਾ ਗੁਰਦੁਆਰਾ ਗੁਰੂ ਕਾ ਮਹਿਲ, ਗੁਰਦੁਆਰਾ ਗੁਰੂ ਕਾ ਮਹਿਲ। ਠੀਕ ਹੈ ਜੀ, ਨੋਟ ਕਰਿਓ, ਗੁਰਦੁਆਰਾ ਗੁਰੂ ਕਾ ਮਹਿਲ, ਗੁਰਦੁਆਰਾ ਗੁਰੂ ਕੀ ਬਡਾਲੀ, ਗੁਰੂ ਕੀ ਬਡਾਲੀ। ਠੀਕ ਆ ਜੀ, ਇੱਕ ਹੋਰ ਗੁਰਦੁਆਰਾ ਸੀਗਾ ਆਪਣਾ ਗੁਰਦੁਆਰਾ ਰਾਮਸਰ। ਗੁਰਦੁਆਰਾ ਰਾਮਸਰ ਕਿੱਥੇ ਹੈਗਾ? ਇਹ ਵੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਆ। ਠੀਕ ਆ ਜੀ, ਆ ਸਾਰੇ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 29 ਦੇਖੋ, ਕਿਸ ਗੁਰਦੁਆਰੇ ਦਾ ਸਰੋਵਰ ਸਭ ਤੋਂ ਵੱਡਾ ਹੈ? ਹਾਂਜੀ ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ ਤਰਨਤਾਰਨ ਸਾਹਿਬ ਗੁਰਦੁਆਰੇ ਦਾ ਸਰੋਵਰ ਸਭ ਤੋਂ ਵੱਡਾ ਹੈ। ਤਰਨਤਾਰਨ ਸਾਹਿਬ ਨਗਰ ਕਿਹਨਾਂ ਨੇ ਵਸਾਇਆ ਸੀਗਾ? ਇਹ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਕਿਹਨਾਂ ਨੇ ਵਸਾਇਆ ਸੀਗਾ? ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ, ਨੋਟ ਕਰਿਓ। ਤੇ ਗੁਰਦੁਆਰਾ ਬੌਲੀ ਸਾਹਿਬ ਕਿੱਥੇ ਸਥਿਤ ਹੈਗਾ? ਇਹ ਗੋਇੰਦਵਾਲ ਸਾਹਿਬ ਵਿਖੇ ਸਥਿਤ ਆ। ਠੀਕ ਆ ਜੀ, ਕਿੱਥੇ ਸਥਿਤ ਹੈਗਾ? ਇਹ ਗੋਇੰਦਵਾਲ ਸਾਹਿਬ ਵਿਖੇ ਸਥਿਤ ਹੈਗਾ। ਤੇ ਗੋਇੰਦਵਾਲ ਸਾਹਿਬ ਨਗਰ ਕਿਹਨਾਂ ਨੇ ਵਸਾਇਆ ਸੀਗਾ? ਇਹ ਵਸਾਇਆ ਸੀਗਾ ਗੁਰੂ ਅਮਰਦਾਸ ਜੀ ਨੇ। ਠੀਕ ਆ ਜੀ, ਤੇ ਬੌਲੀ ਦਾ ਨਿਰਮਾਣ ਵੀ ਕਿਹਨਾਂ ਨੇ ਕਰਾਇਆ ਸੀਗਾ? ਇਹ ਵੀ ਗੁਰੂ ਅਮਰਦਾਸ ਜੀ ਨੇ ਕਰਾਇਆ ਸੀ, ਨੋਟ ਕਰੋ। ਇਹ ਪ੍ਰਸ਼ਨ ਆਉਂਦਾ ਹੁੰਦਾ ਇੰਪੋਰਟੈਂਟ ਹੈਗਾ।
ਤੇ ਗੁਰਦੁਆਰਾ ਥੰਮ ਸਾਹਿਬ ਕਿੱਥੇ ਹੈਗਾ? ਇਹ ਸਥਿਤ ਹੈਗਾ ਕਰਤਾਰਪੁਰ ਸਾਹਿਬ ਵਿਖੇ। ਕਿੱਥੇ ਸਥਿਤ ਹੈਗਾ? ਇਹ ਕਰਤਾਰਪੁਰ ਸਾਹਿਬ ਵਿਖੇ ਸਥਿਤ ਆ, ਠੀਕ ਆ ਜੀ। ਜਿਹੜਾ ਆਪਣੇ ਪੰਜਾਬ ਇੰਡੀਆ ਵਿੱਚ ਆ ਕਰਤਾਰਪੁਰ, ਨੋਟ ਕਰਿਓ। ਪਾਕਿਸਤਾਨ ਵਾਲਾ ਅਲੱਗ ਹੈਗਾ ਤੇ ਆਪਣੇ ਪੰਜਾਬ ਇੰਡੀਆ ਵਾਲਾ ਅਲੱਗ ਆ, ਠੀਕ ਆ ਜੀ, ਨੋਟ ਕਰਿਓ। ਤੇ ਗੁਰਦੁਆਰਾ ਮੰਜੀ ਸਾਹਿਬ ਕਿੱਥੇ ਹੈਗਾ? ਇਹ ਸਥਿਤ ਹੈਗਾ ਲੁਧਿਆਣੇ ਵਿਖੇ। ਕਿੱਥੇ ਸਥਿਤ ਹੈਗਾ? ਇਹ ਲੁਧਿਆਣੇ ਵਿਖੇ ਸਥਿਤ ਹੈਗਾ। ਗੁਰਦੁਆਰਾ ਮੰਜੀ ਸਾਹਿਬ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ, ਗੁਰਦੁਆਰਾ ਆਲਮਗੀਰ। ਗੁਰਦੁਆਰਾ ਆਲਮਗੀਰ ਆ ਜੇ, ਗੁਰਦੁਆਰਾ ਮੰਜੀ ਸਾਹਿਬ ਆ ਜੇ, ਕਿੱਥੇ ਸਥਿਤ ਹੈਗਾ? ਲੁਧਿਆਣੇ ਵਿਖੇ ਸਥਿਤ ਆ, ਠੀਕ ਆ ਜੀ। ਆ ਸਾਰੇ ਨੋਟ ਕਰੋ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 30 ਦੇਖੋ, ਗੁਰਦੁਆਰਾ ਟਿੱਬੀ ਸਾਹਿਬ ਕਿੱਥੇ ਸਥਿਤ ਹੈ? ਹਾਂਜੀ, ਕਿੱਥੇ ਸਥਿਤ ਹੈ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਏ। ਇਹ ਮੁਕਤਸਰ ਸਾਹਿਬ ਵਿਖੇ ਸਥਿਤ ਹੈ, ਠੀਕ ਹੈ ਜੀ, ਨੋਟ ਕਰਿਓ। ਤੇ ਜੈਤੋ ਵਿਖੇ ਸਥਿਤ ਹੈਗਾ ਗੁਰਦੁਆਰਾ ਗੰਗਸਰ ਸਾਹਿਬ। ਗੁਰਦੁਆਰਾ ਗੰਗਸਰ ਸਾਹਿਬ ਕਿੱਥੇ ਹੈਗਾ? ਇਹ ਜੈਤੋ ਵਿਖੇ, ਠੀਕ ਹੈ ਜੀ, ਨੋਟ ਕਰਿਓ। ਤੇ ਗੋਇੰਦਵਾਲ ਸਾਹਿਬ ਵਿਖੇ ਇੱਕ ਤਾਂ ਆਪਾਂ ਪਹਿਲਾਂ ਪੜ੍ਹਿਆ ਸੀਗਾ ਗੁਰਦੁਆਰਾ ਬੌਲੀ ਸਾਹਿਬ, ਇੱਕ ਹੋਰ ਗੁਰਦੁਆਰਾ ਹੈਗਾ ਗੁਰਦੁਆਰਾ ਚੁਬਾਰਾ ਸਾਹਿਬ, ਠੀਕ ਆ ਜੀ। ਗੁਰਦੁਆਰਾ ਚੁਬਾਰਾ ਸਾਹਿਬ ਕਿੱਥੇ ਹੈਗਾ? ਇਹ ਗੋਇੰਦਵਾਲ ਸਾਹਿਬ ਵਿਖੇ, ਨੋਟ ਕਰਿਓ। ਆ ਸਾਰੇ ਨੋਟ ਕਰੋ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 31 ਦੇਖੋ, ਗੁਰਦੁਆਰਾ ਅਕੋਈ ਸਾਹਿਬ ਕਿੱਥੇ ਸਥਿਤ ਹੈ? ਹਾਂਜੀ, ਕਿੱਥੇ ਸਥਿਤ ਹੈ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ। ਗੁਰਦੁਆਰਾ ਅਕੋਈ ਸਾਹਿਬ ਸੰਗਰੂਰ ਵਿਖੇ ਸਥਿਤ ਹੈ, ਠੀਕ ਹੈ ਜੀ, ਨੋਟ ਕਰਿਓ। ਤੇ ਬਰਨਾਲਾ ਵਿਖੇ ਸਥਿਤ ਹੈਗਾ ਅਰੀਸਰ ਸਾਹਿਬ। ਗੁਰਦੁਆਰਾ ਅਰੀਸਰ ਸਾਹਿਬ ਕਿੱਥੇ ਹੈਗਾ? ਇਹ ਬਰਨਾਲਾ ਵਿਖੇ ਸਥਿਤ ਹੈ, ਨੋਟ ਕਰਿਓ, ਠੀਕ ਹੈ ਜੀ। ਤੇ ਚਮਕੌਰ ਸਾਹਿਬ ਵਿਖੇ ਸਥਿਤ ਹੈਗਾ ਗੁਰਦੁਆਰਾ ਕਤਲਗੜ੍ਹ ਸਾਹਿਬ। ਗੁਰਦੁਆਰਾ ਕਤਲਗੜ੍ਹ ਸਾਹਿਬ ਕਿੱਥੇ ਹੈਗਾ? ਇਹ ਚਮਕੌਰ ਵਿਖੇ, ਠੀਕ ਆ ਜੀ। ਇਹ ਸਾਰੇ ਨੋਟ ਕਰ ਲਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 32 ਦੇਖੋ, ਦੁਰਗਿਆਨਾ ਮੰਦਿਰ ਕਿੱਥੇ ਸਥਿਤ ਹੈ? ਹਾਂਜੀ, ਕਿੱਥੇ ਸਥਿਤ ਹੈ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਬੀ, ਅੰਮ੍ਰਿਤਸਰ ਵਿਖੇ ਸਥਿਤ ਹੈ, ਠੀਕ ਹੈ ਜੀ, ਨੋਟ ਕਰਿਓ। ਤੇ ਚੰਡੀਗੜ੍ਹ ਵਿਖੇ ਹੈਗਾ ਆਪਣਾ ਚੰਡੀ ਮੰਦਿਰ। ਚੰਡੀ ਮੰਦਿਰ ਕਿੱਥੇ ਹੈਗਾ? ਇਹ ਚੰਡੀਗੜ੍ਹ ਵਿੱਚ ਆ, ਠੀਕ ਹੈ, ਨੋਟ ਕਰਿਓ। ਤੇ ਪਟਿਆਲੇ ਵਿੱਚ ਹੈਗਾ ਆਪਣਾ ਕਾਲੀ ਮਾਤਾ ਦਾ ਮੰਦਿਰ, ਠੀਕ ਹੈ ਜੀ। ਕਾਲੀ ਮਾਤਾ ਦਾ ਮੰਦਿਰ ਕਿੱਥੇ ਹੈਗਾ? ਇਹ ਪਟਿਆਲੇ ਵਿੱਚ ਆ, ਠੀਕ ਹੈ ਜੀ, ਨੋਟ ਕਰਿਓ। ਤੇ ਜਲੰਧਰ ਵਿੱਚ ਹੈਗਾ ਦੇਵੀ ਤਲਾਬ ਮੰਦਿਰ, ਠੀਕ ਹੈ ਜੀ। ਦੇਵੀ ਤਲਾਬ ਮੰਦਿਰ ਕਿੱਥੇ ਹੈਗਾ? ਇਹ ਜਲੰਧਰ ਵਿੱਚ ਆ, ਠੀਕ ਹੈ ਜੀ। ਇਹ ਸਾਰੇ ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 33 ਦੇਖੋ, ਕਿਲ੍ਹਾ ਮੁਬਾਰਕ ਕਿੱਥੇ ਸਥਿਤ ਹੈ? ਤਾਂ ਦੇਖੋ ਜੀ, ਕਿਲ੍ਹਾ ਮੁਬਾਰਕ ਫਰੀਦਕੋਟ ਵਿੱਚ ਵੀ ਹੈਗਾ, ਬਠਿੰਡੇ ਵਿੱਚ ਵੀ ਹੈਗਾ ਤੇ ਪਟਿਆਲੇ ਵਿੱਚ ਵੀ ਆ, ਠੀਕ ਆ ਜੀ। ਤੇ ਪਟਿਆਲੇ ਵਿੱਚ ਵੀ ਇਹ ਨੋਟ ਕਰਿਓ। ਤੇ ਜਿਹੜਾ ਫਰੀਦਕੋਟ ਵਿੱਚ ਹੈਗਾ ਇਹਨੂੰ ਰਾਇਲ ਕਿਲ੍ਹੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਗਾ। ਜਿਹੜਾ ਬਠਿੰਡੇ ਵਿੱਚ ਆ ਇਹਨੂੰ ਕਿਲ੍ਹਾ ਬਠਿੰਡਾ ਵੀ ਕਿਹਾ ਜਾਂਦਾ ਗਾ। ਜਿਹੜਾ ਪਟਿਆਲੇ ਵਿੱਚ ਹੈਗਾ ਇਹਦੀ ਨਿਸ਼ਾਨੀ ਹੈਗੀ, ਇਹ ਬਣਾਇਆ ਸੀਗਾ ਅਲਾ ਸਿੰਘ ਨੇ। ਕਿਹਨੇ ਬਣਵਾਇਆ ਸੀਗਾ? ਅਲਾ ਸਿੰਘ ਨੇ ਬਣਵਾਇਆ ਸੀਗਾ। ਕਦੋਂ ਬਣਵਾਇਆ ਸੀਗਾ? 1763 ਵਿੱਚ, ਠੀਕ ਆ ਜੀ। ਇਹ ਨੋਟ ਕਰ ਲਿਓ ਸਾਰੀਆਂ ਗੱਲਾਂ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 34 ਦੇਖੋ, ਗੋਇੰਦਗੜ੍ਹ ਕਿਲ੍ਹਾ ਕਿੱਥੇ ਸਥਿਤ ਹੈ? ਹਾਂਜੀ, ਗੋਇੰਦਗੜ੍ਹ ਕਿਲ੍ਹਾ ਕਿੱਥੇ ਸਥਿਤ ਹੈਗਾ? ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜਾਊਗਾ, ਅੰਮ੍ਰਿਤਸਰ ਸਾਹਿਬ ਵਿਖੇ। ਤੇ ਪਟਿਆਲੇ ਵਿੱਚ ਕਿਹੜਾ ਕਿਲ੍ਹਾ ਗਾ? ਆਪਾਂ ਪਹਿਲੀ ਗੱਲ ਕੀਤੀ ਸੀ, ਕਿਹੜਾ ਕਿਲ੍ਹਾ ਗਾ? ਕਿਲ੍ਹਾ ਮੁਬਾਰਕ ਹੈਗਾ। ਤੇ ਲੁਧਿਆਣੇ ਜ਼ਿਲ੍ਹੇ ਵਿੱਚ ਕਿਹੜਾ ਕਿਲ੍ਹਾ ਗਾ? ਫਿਲੌਰ ਦਾ ਕਿਲ੍ਹਾ। ਫਿਲੌਰ ਦਾ ਕਿਲ੍ਹਾ ਕਿੱਥੇ ਹੈਗਾ? ਫਿਲੌਰ ਦਾ ਕਿਲ੍ਹਾ ਕਿੱਥੇ ਹੈਗਾ? ਇਹ ਲੁਧਿਆਣੇ ਜ਼ਿਲ੍ਹੇ ਵਿੱਚ ਆ, ਠੀਕ ਹੈ, ਨੋਟ ਕਰਿਓ। ਪਠਾਨਕੋਟ ਵਿੱਚ ਕਿਹੜਾ ਕਿਲ੍ਹਾ ਗਾ? ਪਠਾਨਕੋਟ ਵਿੱਚ ਹੈਗਾ ਆਪਣਾ ਸ਼ਾਹਪੁਰ ਕੰਡੀ ਦਾ ਕਿਲ੍ਹਾ। ਕਿਹੜਾ ਕਿਲ੍ਹਾ ਗਾ? ਸ਼ਾਹਪੁਰ ਕੰਡੀ ਦਾ ਕਿਲ੍ਹਾ ਕਿੱਥੇ ਹੈਗਾ? ਇਹ ਹੈਗਾ ਪਠਾਨਕੋਟ ਵਿੱਚ, ਠੀਕ ਆ ਜੀ। ਇਹ ਸਾਰੇ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 35 ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜੇ ਕਿਲ੍ਹਿਆਂ ਦਾ ਨਿਰਮਾਣ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ? ਤਾਂ ਦੇਖੋ, ਕੇਸਗੜ੍ਹ ਦਾ ਕਿਲ੍ਹਾ, ਲੋਹਗੜ੍ਹ ਦਾ ਕਿਲ੍ਹਾ, ਕਿਲ੍ਹਾ ਹੋੜਗੜ੍ਹ, ਇਹਨਾਂ ਸਾਰਿਆਂ ਦਾ ਨਿਰਮਾਣ ਕਿਹਨਾਂ ਨੇ ਕਰਵਾਇਆ ਸੀਗਾ? ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ ਸੀ, ਠੀਕ ਆ ਜੀ। ਇਹਨਾਂ ਤੋਂ ਇਲਾਵਾ ਫਤਿਹਗੜ੍ਹ ਦਾ ਕਿਲ੍ਹਾ, ਫਤਿਹਗੜ੍ਹ ਦਾ ਕਿਲ੍ਹਾ, ਠੀਕ ਆ ਜੀ, ਨੋਟ ਕਰਿਓ। ਫਤਿਹਗੜ੍ਹ ਦਾ ਕਿਲ੍ਹਾ ਤੇ ਆਨੰਦਗੜ੍ਹ ਦਾ ਕਿਲ੍ਹਾ। ਤੇ ਕਿਹੜਾ ਕਿਲ੍ਹਾ? ਆਨੰਦਗੜ੍ਹ ਦਾ ਕਿਲ੍ਹਾ। ਇਹਨਾਂ ਦਾ ਨਿਰਮਾਣ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ ਸੀ, ਠੀਕ ਆ ਜੀ। ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ ਸੀਗਾ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ 'ਤੇ ਪਹਾੜੀ ਰਾਜੇ ਨੇ ਕਰਵਾਇਆ ਸੀ, ਠੀਕ ਆ ਜੀ। ਇਹ ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 37 ਦੇਖੋ, ਰੰਗ ਦੇ ਬਸੰਤੀ ਕਿਲ੍ਹਾ ਕਿੱਥੇ ਸਥਿਤ ਹੈ? ਹਾਂਜੀ, ਇਹ ਕਿਲ੍ਹਾ ਸਥਿਤ ਹੈਗਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ, ਦੋਰਾਹਾ ਵਿੱਚ, ਠੀਕ ਆ ਜੀ, ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 37 ਦੇਖੋ, ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਕਿੱਥੇ ਸਥਿਤ ਹੈ? ਹਾਂਜੀ, ਇਹ ਸਥਿਤ ਹੈਗਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ, ਅੰਮ੍ਰਿਤਸਰ ਵਿਖੇ, ਠੀਕ ਹੈ ਜੀ, ਨੋਟ ਕਰਿਓ। ਅੰਮ੍ਰਿਤਸਰ ਵਿਖੇ ਸਥਿਤ ਹੈਗਾ। ਇੱਥੇ ਕਾਫੀ ਪੁਰਾਣੀਆਂ ਇਤਿਹਾਸਿਕ ਪੇਂਟਿੰਗਾਂ, ਪੁਰਾਣੇ ਸਿੱਕੇ ਤੇ ਹੋਰ ਵੀ ਕਾਫੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇਗੀਆਂ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਵਿਖੇ, ਠੀਕ ਹੈ ਜੀ, ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 38 ਦੇਖੋ, ਸੀਸ ਮਹਿਲ ਕਿੱਥੇ ਸਥਿਤ ਹੈ? ਹਾਂਜੀ, ਕਿੱਥੇ ਸਥਿਤ ਹੈ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਪਟਿਆਲੇ ਵਿੱਚ, ਠੀਕ ਆ ਜੀ। ਸੀਸ ਮਹਿਲ ਪਟਿਆਲੇ ਵਿੱਚ ਸਥਿਤ ਹੈਗਾ। ਇਸ ਤੋਂ ਇਲਾਵਾ ਮੋਤੀ ਮਹਿਲ ਕਿੱਥੇ ਹੈਗਾ? ਇਹ ਵੀ ਪਟਿਆਲੇ ਵਿੱਚ ਹੈ, ਠੀਕ ਆ ਜੀ। ਮੋਤੀ ਮਹਿਲ ਕਿੱਥੇ ਹੈਗਾ? ਇਹ ਵੀ ਪਟਿਆਲੇ ਵਿੱਚ ਸਥਿਤ ਆ, ਠੀਕ ਆ ਜੀ, ਇਹ ਵੀ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 39 ਦੇਖੋ, ਸੰਘੇਲ ਅਜਾਇਬ ਘਰ ਕਿੱਥੇ ਸਥਿਤ ਹੈ? ਹਾਂਜੀ, ਸੰਘੇਲ ਅਜਾਇਬ ਘਰ ਸਥਿਤ ਹੈਗਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ, ਫਤਿਹਗੜ੍ਹ ਸਾਹਿਬ ਵਿਖੇ, ਠੀਕ ਆ ਜੀ। ਇਹ ਹੜੱਪਾ ਸੱਭਿਅਤਾ ਨਾਲ ਸੰਬੰਧਿਤ ਹੈਗਾ। ਕਿਹੜੀ ਸੱਭਿਅਤਾ ਨਾਲ? ਹੜੱਪਾ ਸੱਭਿਅਤਾ ਨਾਲ ਸੰਬੰਧਿਤ ਹੈਗਾ। ਤੇ ਜਿਹੜਾ ਦੇਖ ਰੇਖ ਦਾ ਕੰਮ ਦਾ ਅਜਾਇਬ ਘਰ ਦਾ ਉਹ ਕੌਣ ਕਰਦਾ ਗਾ? ਭਾਰਤ ਦਾ ਵਿਗਿਆਨ ਮੰਤਰਾਲੇ ਕਰਦਾ, ਠੀਕ ਆ ਜੀ, ਇਹ ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 40 ਦੇਖੋ, ਗੁਰੂ ਤੇਗ ਬਹਾਦਰ ਅਜਾਇਬ ਘਰ ਕਿੱਥੇ ਸਥਿਤ ਹੈ? ਹਾਂਜੀ, ਕਿੱਥੇ ਸਥਿਤ ਹੈ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ, ਅਨੰਦਪੁਰ ਸਾਹਿਬ ਵਿਖੇ ਸਥਿਤ ਹੈ, ਠੀਕ ਹੈ ਜੀ, ਨੋਟ ਕਰਿਓ। ਤੇ ਵਿਰਾਸਤ-ਏ-ਖਾਲਸਾ ਕਿੱਥੇ ਹੈਗਾ? ਸਭ ਨੂੰ ਪਤਾ ਹੋਣਾਗਾ।
ਵਿਰਾਸਤ-ਏ ਖਾਲਸਾ ਕਿੱਥੇ ਹੈਗਾ? ਇਹ ਵੀ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ। ਠੀਕ ਆ ਜੀ। ਦੁਨੀਆ ਦਾ 8ਵਾਂ ਅਜੂਬਾ ਵੀ ਕਿਹਾ ਜਾਂਦਾ ਗਾ ਵਿਰਾਸਤ-ਏ ਖਾਲਸਾ ਨੂੰ, ਨੋਟ ਕਰਿਓ। ਤੇ ਗੁਰੂ ਤੇਗ ਬਹਾਦਰ ਅਜਾਇਬ ਘਰ ਬਣਿਆ ਸੀਗਾ 300 ਸਾਲਾ ਸ਼ਤਾਬਦੀ ਤੇ ਬਣਿਆ ਸੀ। ਠੀਕ ਆ ਜੀ, ਨੋਟ ਕਰਿਓ। ਕਦੋਂ ਬਣਿਆ ਸੀਗਾ? 1977 ਵਿੱਚ ਬਣਿਆ ਸੀਗਾ। ਕਦੋਂ ਬਣਿਆ ਸੀਗਾ? 1977 ਵਿੱਚ। ਠੀਕ ਆ ਜੀ, ਇਹ ਸਾਰੀਆਂ ਗੱਲਾਂ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 41 ਦੇਖੋ, ਮਹਾਰਾਜਾ ਰਣਜੀਤ ਸਿੰਘ ਬਾਰ ਮੈਮੋਰੀਅਲ ਕਿੱਥੇ ਸਥਿਤ ਹੈ? ਹਾਂਜੀ, ਇਹ ਸਥਿਤ ਹੈਗਾ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਂਸਰ ਆ ਜਾਊਗਾ ਲੁਧਿਆਣੇ ਵਿੱਚ। ਠੀਕ ਆ ਜੀ, ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 42 ਦੇਖੋ, ਸ਼ਹੀਦੇ ਆਜ਼ਮ ਭਗਤ ਸਿੰਘ ਅਜਾਇਬ ਘਰ ਕਿੱਥੇ ਸਥਿਤ ਹੈ? ਹਾਂਜੀ, ਕਿੱਥੇ ਸਥਿਤ ਹੈਗਾ? ਸਭ ਨੂੰ ਪਤਾ ਹੋਣਾ ਚਾਹੀਦਾ ਗਾ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਂਸਰ ਆ ਜਾਊਗਾ ਖਟਕੜ ਕਲਾਂ ਵਿੱਚ। ਠੀਕ ਆ ਜੀ, ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 43 ਦੇਖੋ, ਸਿੱਖ ਅਜਾਇਬ ਘਰ ਕਿੱਥੇ ਸਥਿਤ ਹੈ? ਹਾਂਜੀ, ਸਿੱਖ ਅਜਾਇਬ ਘਰ ਸਥਿਤ ਹੈਗਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ ਮੋਹਾਲੀ ਵਿਖੇ। ਠੀਕ ਆ ਜੀ, ਇਹ ਨੋਟ ਕਰਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 44 ਦੇਖੋ, ਅਕਸਾ ਮਸੀਤ ਕਿੱਥੇ ਸਥਿਤ ਹੈ? ਹਾਂਜੀ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਏ ਗੁਰਦਾਸਪੁਰ ਵਿਖੇ। ਤੇ ਕਾਦੀਆਂ ਵਿੱਚ ਹੈਗੀ ਆ ਮੁਬਾਰਕ ਮਸੀਤ। ਕਿਹੜੀ ਮਸੀਤ? ਮੁਬਾਰਕ ਮਸੀਤ। ਠੀਕ ਆ ਜੀ, ਨੋਟ ਕਰਿਓ। ਤੇ ਸਰਹਿੰਦ ਵਿਖੇ ਹੈਗੀ ਹੈਗੀ ਰੋਜ਼ਾ ਸ਼ਰੀਫ ਮਸੀਤ। ਕਿਹੜੀ? ਰੋਜ਼ਾ ਸ਼ਰੀਫ ਮਸੀਤ। ਠੀਕ ਆ ਜੀ, ਰੋਜ਼ਾ ਸ਼ਰੀਫ ਦਾ ਇੱਕ ਮੇਲਾ ਵੀ ਲੱਗਦਾ ਹੁੰਦਾ ਗਾ, ਇਹਨੂੰ ਉਰਸ ਦਾ ਮੇਲਾ ਵੀ ਕਹਿੰਦੇ ਹੈਗੇ। ਤੇ ਬਿਆਸ ਵਿਖੇ ਹੈਗੀ ਗੁਰੂ ਕੀ ਮਸੀਤ। ਕਿਹੜੀ ਮਸੀਤ? ਗੁਰੂ ਕੀ ਮਸੀਤ। ਠੀਕ ਆ ਜੀ, ਗੁਰੂ ਕੀ ਮਸੀਤ ਕਿਉਂ ਕਹਿੰਦੇ ਹੈਗੇ? ਕਿਉਂਕਿ ਇਸ ਮਸੀਤ ਦਾ ਨਿਰਮਾਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕਹਿ ਕੇ ਕਰਵਾਇਆ ਸੀ। ਠੀਕ ਆ ਜੀ, ਇਹ ਸਾਰੀਆਂ ਗੱਲਾਂ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 45 ਦੇਖੋ, ਚਿਲਾ ਸ਼ੇਖ ਫਰੀਦ ਕਿੱਥੇ ਸਥਿਤ ਹੈ? ਹਾਂਜੀ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ ਫਰੀਦਕੋਟ ਵਿਖੇ। ਠੀਕ ਆ ਜੀ, ਬਸ ਫਰੀਦਕੋਟ ਸ਼ੇਖ ਫਰੀਦ। ਠੀਕ ਆ ਜੀ, ਇਸ ਤਰ੍ਹਾਂ ਯਾਦ ਕਰ ਸਕਦੇ ਹੋ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 46 ਦੇਖੋ, ਗੁਰਦੁਆਰਾ ਪਤਾਲਪੁਰੀ ਕਿੱਥੇ ਸਥਿਤ ਹੈ? ਹਾਂਜੀ, ਕਿੱਥੇ ਸਥਿਤ ਹੈ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ ਕਰਤਾਰਪੁਰ ਸਾਹਿਬ ਵਿਖੇ। ਠੀਕ ਆ ਜੀ, ਇਹ ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 47 ਦੇਖੋ, ਗੁਰਦੁਆਰਾ ਚਰਨ ਕਮਲ ਕਿੱਥੇ ਸਥਿਤ ਹੈ? ਹਾਂਜੀ, ਇਹਦਾ ਆਨਸਰ ਤੁਸੀਂ ਕਮੈਂਟ ਕਰ ਦਿਓ। ਇਹਦਾ ਆਨਸਰ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਸਾਰੇ ਵਿਦਿਆਰਥੀਆਂ ਨੂੰ ਸਹੀ ਆਨਸਰ ਦੇਣਾ ਗਾ। ਤਾਂ ਇੱਥੇ ਆਪਣਾ ਟੌਪਿਕ ਸਮਾਪਤ ਹੋ ਗਿਆ ਪੰਜਾਬ ਦੇ ਪਵਿੱਤਰ ਸਥਾਨ, ਪੰਜਾਬ ਦੇ ਅਜਾਇਬ ਘਰ, ਪੰਜਾਬ ਦੇ ਕਿਲ੍ਹੇ ਤੇ ਪੰਜਾਬ ਦੇ ਮਹਿਲਾਂ ਬਾਰੇ। ਠੀਕ ਆ ਜੀ, ਤੇ ਹੁਣ ਆਪਾਂ ਅੱਗੇ ਪੜ੍ਹਾਂਗੇ ਪੰਜਾਬ ਦਾ ਸਾਹਿਤ। ਹਾਂਜੀ, ਪੰਜਾਬ ਦਾ ਸਾਹਿਤ ਪੰਜਾਬ ਦੇ ਪੇਪਰਾਂ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਿੱਸਾ ਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਆਪਣਾ। ਸੋ ਸਾਰੇ ਵਿਦਿਆਰਥੀਆਂ ਨੂੰ ਧਿਆਨ ਨਾਲ ਦੇਖਣਾ ਗਾ। ਤਾਂ ਦੇਖੋ ਪ੍ਰਸ਼ਨ ਨੰਬਰ 48 ਦੇਖੋ, ਪੰਜਾਬੀ ਭਾਸ਼ਾ ਦੇ ਪਹਿਲੇ ਕਵੀ ਕੌਣ ਸਨ? ਹਾਂਜੀ, ਸਭ ਨੂੰ ਪਤਾ ਹੋਣਾ ਚਾਹੀਦਾ ਕੌਣ ਸਨ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਬਾਬਾ ਫਰੀਦ ਜੀ। ਠੀਕ ਆ ਜੀ, ਬਾਬਾ ਫਰੀਦ ਜੀ ਪੰਜਾਬੀ ਭਾਸ਼ਾ ਦੇ ਪਹਿਲੇ ਕਵੀ ਸਨ। ਪੰਜਾਬੀ ਭਾਸ਼ਾ ਦੇ ਪੁੱਛ ਲੈਣ, ਸੂਫੀ ਕਵਿਤਾ ਦੇ ਪੁੱਛ ਲੈਣ, ਪਹਿਲੇ ਕਵੀ ਕੌਣ ਹੋਏ ਸਨ? ਬਾਬਾ ਫਰੀਦ ਜੀ ਬਿਲਕੁਲ ਰਾਈਟ ਆਨਸਰ ਆਊਗਾ। ਠੀਕ ਆ ਜੀ, ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ ਸੀਗਾ? 1173 ਈਸਵੀ ਵਿੱਚ ਹੋਇਆ ਸੀਗਾ। ਠੀਕ ਆ ਜੀ, ਕਿੱਥੇ ਹੋਇਆ ਸੀਗਾ? ਕੋਥੇਵਾਲ ਮੁਲਤਾਨ ਵਿਖੇ। ਅੱਜ ਕੱਲ੍ਹ ਕਿੱਥੇ ਹੈਗਾ? ਪਾਕਿਸਤਾਨ ਵਿੱਚ ਹੈਗਾ। ਤੇ ਬਾਬਾ ਫਰੀਦ ਜੀ ਦੇ 4 ਸ਼ਬਦ 112 ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਠੀਕ ਆ ਜੀ, 4 ਸ਼ਬਦ 112 ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਨੋਟ ਕਰਿਓ, ਇਹ ਸਾਰੀਆਂ ਗੱਲਾਂ ਨੂੰ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 49 ਦੇਖੋ, ਪੰਜਾਬੀ ਸਾਹਿਤ ਵਿੱਚ ਕਾਫੀ ਰੂਪ ਦਾ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ, ਕਿਸ ਨੂੰ ਕਿਹਾ ਜਾਂਦਾ ਹੈ? ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਬੀ ਸ਼ਾਹ ਹੁਸੈਨ ਨੂੰ ਕਿਹਾ ਜਾਂਦਾ। ਠੀਕ ਆ ਜੀ, ਸ਼ਾਹ ਹੁਸੈਨ ਦੀਆਂ ਪ੍ਰਸਿੱਧ ਰਚਨਾਵਾਂ ਕਿਹੜੀਆਂ ਨੇ? ਤਾਂ ਦੇਖੋ, ਆਗੇ ਨੇ ਡੂੰਗੀ, ਆਖ ਨੀ ਮਾਏ ਆਖ, ਇੱਕ ਦਿਨ ਤੈਨੂੰ ਸੁਪਨਾ ਡੀਸਾ, ਆਪ ਨੂੰ ਪਛਾਣ ਬੰਦੇ, ਅਮਲਾਂ ਦੇ ਉੱਪਰ ਹੋਣੇ ਨਵੇੜੇ। ਆਗੇ ਨੇ ਡੂੰਗੀ, ਆਖ ਨੀ ਮਾਏ ਆਖ, ਇੱਕ ਦਿਨ ਤੈਨੂੰ ਸੁਪਨਾ ਡੀਸਾ, ਆਪ ਨੂੰ ਪਛਾਣ ਬੰਦੇ, ਅਮਲਾਂ ਦੇ ਉੱਪਰ ਹੋਣੇ ਨਵੇੜੇ। ਠੀਕ ਆ ਜੀ, ਪੇਪਰ ਵਿੱਚ ਜ਼ਿਆਦਾਤਰ ਰਚਨਾਵਾਂ ਹੀ ਪੁੱਛਦੇ ਹੁੰਦੇ ਹੈਗੇ ਤੇ ਇਹਨਾਂ ਵੱਲ ਖਾਸ ਧਿਆਨ ਦਿਆ ਕਰੋ। ਠੀਕ ਆ ਜੀ, ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 50 ਦੇਖੋ, ਮੈਂ ਜਾਣਾ ਜੋਗੀ ਦੇ ਨਾਲ ਕਿਸ ਦੀ ਪ੍ਰਸਿੱਧ ਰਚਨਾ ਹੈ? ਹਾਂਜੀ, ਇਹ ਪ੍ਰਸਿੱਧ ਰਚਨਾ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਬੁੱਲੇ ਸ਼ਾਹ ਦੀ। ਠੀਕ ਆ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਵੀ ਹੋਏ ਆਪਣੇ, ਸੂਫੀ ਕਵੀ ਕਹਿ ਸਕਦੇ ਹੋ, ਸ਼ਾਇਰ ਕਹਿ ਸਕਦੇ ਹੋ। ਠੀਕ ਆ ਜੀ, ਤਾਂ ਦੇਖੋ ਇਹਨਾਂ ਦੇ ਹੋਰ ਰਚਨਾਵਾਂ ਕਿਹੜੀਆਂ ਨੇਗੀਆਂ? ਮੱਕੇ ਗਿਆ ਗੱਲ ਮੁੱਕਦੀ ਨਹੀਂ, ਇਸ਼ਕ ਦੀ ਨਵੀਂ ਨਵੀਂ ਬਹਾਰ, ਬੁੱਲਾ ਕੀ ਜਾਣਾ ਮੈਂ ਕੌਣ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਮੱਕੇ ਗਿਆ ਗੱਲ ਮੁੱਕਦੀ ਨਹੀਂ, ਇਸ਼ਕ ਦੀ ਨਵੀਂ ਨਵੀਂ ਬਹਾਰ, ਬੁੱਲਾ ਕੀ ਜਾਣਾ ਮੈਂ ਕੌਣ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਠੀਕ ਆ ਜੀ, ਇਸ ਤੋਂ ਇਲਾਵਾ ਬੁੱਲੇ ਸ਼ਾਹ ਦੀਆਂ ਕਈ ਅਖਾਣਾਂ, ਕਹਾਵਤਾਂ ਤੇ ਕਈ ਸ਼ੇਰ ਵੀ ਮਸ਼ਹੂਰ ਨੇ, ਜਿਵੇਂ ਬੁੱਲੇ ਰੱਬ ਦਾ ਕੀ ਪਾਵਣਾ, ਇੱਧਰੋਂ ਪੁੱਟਣਾ ਇੱਧਰ ਲਾਵਣਾ, ਬੁੱਲੇ ਸ਼ਾਹ ਨਾਲ ਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਠੀਕ ਆ ਜੀ, ਕਈ ਸਾਰੇ ਰਚਨਾਵਾਂ ਇਹਨਾਂ ਦੇ ਮਸ਼ਹੂਰ ਨੇਗੀਆਂ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ, ਪ੍ਰਸ਼ਨ ਨੰਬਰ 50 ਦੇਖੋ, ਵਾਰਿਸ ਸ਼ਾਹ ਦੀ ਪ੍ਰਸਿੱਧ ਰਚਨਾ ਕਿਹੜੀ ਹੈ? ਹਾਂਜੀ, ਕਿਹੜੀ ਹੈ? ਸਭ ਨੂੰ ਪਤਾ ਹੋਣਾ ਚਾਹੀਦਾ ਗਾ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ ਹੀਰ ਰਾਂਝਾ। ਠੀਕ ਆ ਜੀ, ਤੇ ਵਾਰਿਸ ਸ਼ਾਹ ਨੂੰ ਪੰਜਾਬ ਦਾ ਕੀ ਕਿਹਾ ਜਾਂਦਾ ਗਾ? ਸ਼ੇਕਸਪੀਅਰ ਕਿਹਾ ਜਾਂਦਾ। ਠੀਕ ਆ ਜੀ, ਵਾਰਿਸ ਸ਼ਾਹ ਨੂੰ ਪੰਜਾਬ ਦਾ ਸ਼ੇਕਸਪੀਅਰ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ ਗਾ? ਇਹ ਪ੍ਰਸ਼ਨ ਆਉਂਦਾ ਹੁੰਦਾ ਗਾ। ਇਹਨਾਂ ਦੀ ਰਚਨਾ ਹੀਰ ਰਾਂਝਾ ਕਰਕੇ ਕਿਹਾ ਜਾਂਦਾ। ਠੀਕ ਆ ਜੀ, ਇਹਨਾਂ ਦੀ ਰਚਨਾ ਹੀਰ ਰਾਂਝਾ ਕਰਕੇ ਵਾਰਿਸ ਸ਼ਾਹ ਨੂੰ ਕੀ ਕਿਹਾ ਜਾਂਦਾ ਗਾ? ਪੰਜਾਬ ਦਾ ਸ਼ੇਕਸਪੀਅਰ ਕਿਹਾ ਜਾਂਦਾ। ਠੀਕ ਆ ਜੀ, ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 52 ਦੇਖੋ, ਤਸਾਲੀ ਦੀ ਹੰਸੋ ਕਿਸ ਦੀ ਪ੍ਰਸਿੱਧ ਰਚਨਾ ਹੈ? ਹਾਂਜੀ, ਇੰਪੋਰਟੈਂਟ ਆ ਪ੍ਰਸ਼ਨ, ਕਿਸ ਦੀ ਰਚਨਾ ਗਈ? ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਆ ਜਾਊਗਾ ਜਸਵੰਤ ਸਿੰਘ ਕੰਬਲ ਦੀ। ਠੀਕ ਆ ਜੀ, ਨੋਟ ਕਰਿਓ। ਜਸਵੰਤ ਸਿੰਘ ਕੰਬਲ ਦੀਆਂ ਹੋਰ ਕਿਹੜੀ ਰਚਨਾਵਾਂ ਨੇ? ਦੇਖੋ,
ਪੰਜਾਬ ਤੇਰਾ ਕੀ ਬਣੂ, ਲਹੂ ਦੀ ਲੋਹ, ਮਿੱਤਰ ਪਿਆਰੇ ਨੂੰ। ਤੇ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਕਿਹਦੇ ਲਈ, ਸਾਲੀ ਦੀ ਹੰਸੋ ਲਈ। ਠੀਕ ਆ ਜੀ, ਇੰਪੋਰਟੈਂਟ ਆ, ਨੋਟ ਕਰਿਓ ਕਿਹੜੀ ਕਿਹੜੀ ਰਚਨਾ ਬਣੀ। ਇੱਕ ਵਾਰੀ ਹੋਰ ਦੇਖੋ, ਪੰਜਾਬ ਤੇਰਾ ਕੀ ਬਣੂ, ਲਹੂ ਦੀ ਲੋਹ, ਮਿੱਤਰ ਪਿਆਰੇ ਨੂੰ, ਤੇ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆਗਾ ਤੁਸਾਲੀ ਦੀ ਹੰਸੋ ਲਈ। ਠੀਕ ਆ ਜੀ, ਇਹ ਸਾਰੇ ਨੋਟ ਕਰੋ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 53 ਦੇਖੋ, ਦਿੱਲੀ ਦੀਆਂ ਗਲੀਆਂ ਨਾਵਲ ਕਿਸ ਦੀ ਰਚਨਾ ਹੈ। ਹਾਂਜੀ, ਕਿਸ ਦੀ ਰਚਨਾ ਹੈ, ਇੰਪੋਰਟੈਂਟ ਆ ਜੀ ਪ੍ਰਸ਼ਨ। ਇਹ ਰਚਨਾ ਕੀ ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਂਸਰ ਆ ਜਾਊਗਾ, ਅੰਮ੍ਰਿਤਾ ਪ੍ਰੀਤਮ। ਠੀਕ ਆ ਜੀ, ਅੰਮ੍ਰਿਤਾ ਪ੍ਰੀਤਮ ਦੀਆਂ ਜਿੰਨੀਆਂ ਵੀ ਰਚਨਾ ਬਣੇਗੀਆਂ ਸਾਰੀਆਂ ਇੰਪੋਰਟੈਂਟ ਨੇਗੀਆਂ। ਦੇਖੋ ਕਿਹੜੀ ਕਿਹੜੀ ਨੇਗੀਆਂ, ਪਿੰਜਰ ਬਹੁਤ ਹੀ ਇੰਪੋਰਟੈਂਟ ਰਚਨਾ। ਠੀਕ ਆ ਜੀ, ਸਾਗਰ ਦੇ ਸਿੱਪੀਆਂ ਨੋਟ ਕਰਿਓ, ਕੋਰੇ ਕਾਗਜ਼ 49 ਦਿਨ, ਡਾਕਟਰ ਦੇਵ ਯਾਤਰੀ, ਬਲੈਕ ਰੋਜ਼, ਰਸੀਦੀ ਟਿਕਟ ਤੇ ਸ਼ਬਦਾਂ ਦੇ ਪਰਛਾਵੇਂ। ਠੀਕ ਆ ਜੀ, ਇੱਕ ਵਾਰੀ ਹੋਰ ਨੋਟ ਕਰੋ, ਪਿੰਜਰ ਇੰਪੋਰਟੈਂਟ ਆਗਾ, ਸਾਗਰ ਦੇ ਸਿੱਪੀਆਂ, ਕੋਰੇ ਕਾਗਜ਼ 49 ਦਿਨ, ਡਾਕਟਰ ਦੇਵ ਯਾਤਰੀ, ਬਲੈਕ ਰੋਜ਼, ਰਸੀਦੀ ਟਿਕਟ ਤੇ ਸ਼ਬਦਾਂ ਦੇ ਪਰਛਾਵੇਂ। ਠੀਕ ਆ ਜੀ, ਤੇ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਕਿਹੜੀ ਰਚਨਾ ਲਈ, ਇਹਨਾਂ ਨੇ ਰਚਨਾ ਕੀਤੀ ਸੀਗੀ ਸੁਨੇਹੜੇ। ਠੀਕ ਆ ਜੀ, ਸੁਨੇਹੜੇ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੋਇਆ, ਨੋਟ ਕਰ ਲਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 54 ਦੇਖੋ, ਆਦਮਖੋਰ ਕਿਸ ਦੀ ਰਚਨਾ ਹੈ। ਹਾਂਜੀ, ਕਿਸ ਦੀ ਰਚਨਾ ਹੈ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਬੀ, ਨਾਨਕ ਸਿੰਘ। ਠੀਕ ਆ ਜੀ, ਤੇ ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਗਾ, ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਗਾ, ਨਾਨਕ ਸਿੰਘ ਨੂੰ ਕਿਹਾ ਜਾਂਦਾ। ਠੀਕ ਹੈ, ਨੋਟ ਕਰਿਓ। ਤੇ ਨਾਨਕ ਸਿੰਘ ਦੀਆਂ ਹੋਰ ਕਿਹੜੀ ਕਿਹੜੀ ਰਚਨਾਵਾਂ ਨੇਗੀਆਂ ਦੇਖੋ, ਪਵਿੱਤਰ ਪਾਪੀ, ਅੱਧ ਖੜਿਆ ਫੁੱਲ, ਚਿੱਤਰਕਾਰ, ਚਿੱਟਾ ਲਹੂ, ਆਸਤਕ ਨਾਸਤਕ, ਧੁੰਦਲੇ ਪਰਛਾਵੇਂ, ਲਵ ਮੈਰਿਜ, ਪਿਆਰ ਦੀ ਦੁਨੀਆ, ਗਰੀਬ ਦੀ ਦੁਨੀਆ, ਫੌਲਾਦੀ ਫੁੱਲ, ਖੂਨੀ ਵਿਸਾਖੀ। ਠੀਕ ਹੈ ਜੀ, ਇੱਕ ਵਾਰੀ ਹੋਰ ਨੋਟ ਕਰੋ, ਪਵਿੱਤਰ ਪਾਪੀ, ਅੱਧ ਖੜਿਆ ਫੁੱਲ, ਚਿੱਤਰਕਾਰ, ਚਿੱਟਾ ਲਹੂ, ਆਸਤਕ ਨਾਸਤਕ, ਧੁੰਦਲੇ ਪਰਛਾਵੇਂ, ਲਵ ਮੈਰਿਜ, ਪਿਆਰ ਦੀ ਦੁਨੀਆ, ਗਰੀਬ ਦੀ ਦੁਨੀਆ, ਫੌਲਾਦੀ ਫੁੱਲ ਤੇ ਖੂਨੀ ਵਿਸਾਖੀ। ਠੀਕ ਹੈ ਜੀ, ਤੇ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਕਿਹਦੇ ਲਈ, ਇੱਕ ਮਿਆਨ ਦੋ ਤਲਵਾਰਾਂ ਲਈ। ਠੀਕ ਹੈ ਜੀ, ਇੰਪੋਰਟੈਂਟ ਨਾਵਲ ਆਪਣਾ ਤੁਸੀਂ ਪੜ੍ਹਿਆ ਵੀ ਹੋਣਾ, ਇੱਕ ਮਿਆਨ ਦੋ ਤਲਵਾਰਾਂ ਕਿਹਦੇ ਨਾਲ ਸੰਬੰਧਿਤ ਹੈਗਾ, ਇਹ ਗਦਰ ਪਾਰਟੀ ਨਾਲ ਸੰਬੰਧਿਤ ਹੈਗਾ। ਕਦੋਂ ਮਿਲਿਆ ਸੀਗਾ, 1962 ਵਿੱਚ ਮਿਲਿਆ ਸੀ। ਠੀਕ ਹੈ ਜੀ, ਇਹ ਨੋਟ ਕਰੋ ਸਾਰੀ ਚੀਜ਼ਾਂ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 55 ਦੇਖੋ, ਪੰਜਾਬੀ ਸਾਹਿਤ ਦਾ ਵਰਡਸਵਰਥ ਕਵੀ ਕਿਸ ਨੂੰ ਕਿਹਾ ਜਾਂਦਾ ਹੈ। ਹਾਂਜੀ, ਇੰਪੋਰਟੈਂਟ ਪ੍ਰਸ਼ਨ ਹੈਗਾ, ਕਿਸ ਨੂੰ ਕਿਹਾ ਜਾਂਦਾ ਗਾ, ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਭਾਈ ਵੀਰ ਸਿੰਘ। ਠੀਕ ਹੈ ਜੀ, ਬਹੁਤ ਹੀ ਇੰਪੋਰਟੈਂਟ ਕਵੀ ਹੋਏ ਸੀ ਆਪਣੇ। ਠੀਕ ਹੈ ਜੀ, ਬਹੁਤ ਹੀ ਇੰਪੋਰਟੈਂਟ ਕਵੀ ਹੋਏ ਸੀ, ਨੋਟ ਕਰਿਓ। ਤੇ ਇੱਕ ਪ੍ਰਸ਼ਨ ਆਉਂਦਾ ਹੁੰਦਾ ਗਾ, ਅਜੋਕੇ ਸਾਹਿਤ ਦਾ ਸਭ ਤੋਂ ਪਹਿਲਾ ਕਵੀ ਕਿਸ ਨੂੰ ਮੰਨਿਆ ਜਾਂਦਾ ਗਾ, ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ। ਠੀਕ ਹੈ ਜੀ, ਇਹ ਵੀ ਨੋਟ ਕਰਿਓ। ਇਹਨਾਂ ਰਚਨਾਵਾਂ ਦੇਖੋ ਕਿਹੜੀ ਕਿਹੜੀ ਨੇਗੀਆਂ, ਤਾਂ ਦੇਖੋ ਸੁੰਦਰੀ, ਇੱਕ ਪ੍ਰਸ਼ਨ ਆਉਂਦਾ ਹੁੰਦਾ, ਭਾਈ ਵੀਰ ਸਿੰਘ ਦੀ ਸਭ ਤੋਂ ਪ੍ਰਸਿੱਧ ਰਚਨਾ ਕਿਹੜੀ ਹੈਗੀ, ਸੁੰਦਰੀ ਹੈ। ਠੀਕ ਹੈ ਜੀ, ਮਟਕ ਹੁਲਾਰੇ, ਸਤਵੰਤ ਕੌਰ, ਬਿਜਲੀਆਂ ਦੇ ਹਾਰ, ਮੇਰੇ ਸਾਈਆਂ ਜੀਓ, ਬਾਬਾ ਨੌ ਸਿੰਘ, ਵਿਜੇ ਸਿੰਘ, ਤਰੇਲ ਤੁਪਕੇ। ਠੀਕ ਹੈ ਜੀ, ਇੱਕ ਵਾਰੀ ਹੋਰ ਨੋਟ ਕਰੋ, ਪ੍ਰਸਿੱਧ ਰਚਨਾ ਕਿਹੜੀ ਹੈਗੀ, ਸੁੰਦਰੀ, ਮਟਕ ਹੁਲਾਰੇ, ਸਤਵੰਤ ਕੌਰ, ਬਿਜਲੀਆਂ ਦੇ ਹਾਰ, ਮੇਰੇ ਸਾਈਆਂ ਜੀਓ, ਬਾਬਾ ਨੌ ਸਿੰਘ, ਵਿਜੇ ਸਿੰਘ ਤੇ ਤਰੇਲ ਤੁਪਕੇ। ਠੀਕ ਹੈ ਜੀ, ਤੇ 1955 ਵਿੱਚ ਇਹਨਾਂ ਨੂੰ ਮਿਲਿਆ ਸੀਗਾ ਸਾਹਿਤ ਅਕਾਦਮੀ ਪੁਰਸਕਾਰ, ਤੇ 1956 ਵਿੱਚ ਇਹਨਾਂ ਨੂੰ ਮਿਲਿਆ ਸੀਗਾ ਪਦਮ ਭੂਸ਼ਣ ਅਵਾਰਡ। ਠੀਕ ਹੈ ਜੀ, ਇਹ ਨੋਟ ਕਰ ਲਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 56 ਦੇਖੋ, ਨਲ ਦਮਯੰਤੀ ਨਾਟਕ ਕਿਸ ਦੀ ਰਚਨਾ ਹੈ। ਹਾਂਜੀ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ, ਸੰਤ ਸਿੰਘ ਸੇਖੋਂ ਦੀ ਰਚਨਾ। ਠੀਕ ਆ ਜੀ, ਤੇ ਸੰਤ ਸਿੰਘ ਸੇਖੋਂ ਦੀ ਹੋਰ ਕਿਹੜੀ ਕਿਹੜੀ ਰਚਨਾ ਬਣੇ ਦੇਖੋ ਕਿਹੜੀ ਕਿਹੜੀਆਂ ਨੇਗੀਆਂ, ਲਹੂ ਮਿੱਟੀ, ਉਰੇ ਲਹੂ ਆਉਣਾ ਸੀਗਾ, ਲਹੂ ਮਿੱਟੀ, ਕਾਮੇ ਤੇ ਜੋਧੇ, ਬਾਬਾ ਬੋੜ, ਅੱਧੀ ਵੱਟ, 6 ਘਰ, ਭੂਮੀਦਾਨ ਤੇ ਨਾਰਕੀ। ਠੀਕ ਆ ਜੀ, ਇੱਕ ਵਾਰੀ ਹੋਰ ਨੋਟ ਕਰੋ, ਲਹੂ ਮਿੱਟੀ, ਕਾਮੇ ਤੇ ਜੋਧੇ, ਬਾਬਾ ਬੋੜ, ਅੱਧੀ ਵੱਟ, 6 ਘਰ, ਭੂਮੀਦਾਨ ਤੇ ਨਾਰਕੀ। ਠੀਕ ਆ ਜੀ, 1972 ਵਿੱਚ ਇਹਨਾਂ ਨੂੰ ਕੀ ਮਿਲਿਆ ਸੀਗਾ, ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਠੀਕ ਆ ਜੀ, ਇਹ ਸਾਰੀਆਂ ਚੀਜ਼ਾਂ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 57 ਦੇਖੋ, ਅੰਤਰਜਾਮੀ ਕਹਾਣੀ ਕਿਸ ਦੀ ਰਚਨਾ ਹੈ। ਹਾਂਜੀ, ਕਿਸ ਦੀ ਰਚਨਾ ਹੈ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ, ਸੋਹਣ ਸਿੰਘ ਸੀਤਲ ਦੀ ਰਚਨਾ। ਠੀਕ ਹੈ ਜੀ, ਨੋਟ ਕਰਿਓ, ਸੋਹਣ ਸਿੰਘ ਸੀਤਲ ਦੀਆਂ ਹੋਰ ਕਿਹੜੀ ਕਿਹੜੀ ਰਚਨਾ ਬਣੇ ਦੇਖੋ, ਦਿਲ ਦਰਿਆ, ਬਹਿੰਦੇ ਹੰਝੂ, ਸੱਜਰੇ ਹੰਝੂ, ਸੰਤ ਲਾਦੋਰੇ, ਇੰਪੋਰਟੈਂਟ ਆ, ਨੋਟ ਕਰਿਓ, ਤੂਤਾ ਵਾਲਾ ਖੂਹ, ਮਹਾਰਾਣੀ ਜਿੰਦਾ ਤੇ ਯੁੱਗ ਬਦਲ ਗਿਆ। ਠੀਕ ਹੈ ਜੀ, ਇਹ ਵੀ ਇੰਪੋਰਟੈਂਟ ਆ, ਨੋਟ ਕਰ ਲਓ, ਦਿਲ ਦਰਿਆ, ਬਹਿੰਦੇ ਹੰਝੂ, ਸੱਜਰੇ ਹੰਝੂ, ਸੰਤ ਲਾਦੋਰੇ, ਤੂਤਾ ਵਾਲਾ ਖੂਹ, ਮਹਾਰਾਣੀ ਜਿੰਦਾ ਤੇ ਯੁੱਗ ਬਦਲ ਗਿਆ। ਠੀਕ ਹੈ ਜੀ, ਇਹ ਸਾਰੀਆਂ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 58 ਦੇਖੋ, ਮਾੜੀ ਦਾ ਦੀਵਾ ਕਿਸ ਦੀ ਰਚਨਾ ਹੈ। ਹਾਂਜੀ, ਕਿਸ ਦੀ ਰਚਨਾ ਹੈ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ, ਗੁਰਦਿਆਲ ਸਿੰਘ ਦੀ ਰਚਨਾ। ਠੀਕ ਹੈ ਜੀ, ਨੋਟ ਕਰਿਓ। ਤੇ ਗੁਰਦਿਆਲ ਸਿੰਘ ਦੀ ਹੋਰ ਕਿਹੜੀ ਕਿਹੜੀ ਰਚਨਾ ਬਣੇ ਦੇਖੋ, ਭਾਗਾ ਵਾਲਾ, ਅਣਹੋਈ, ਅੱਧ ਚਾਨਣੀ ਰਾਤ, ਅੰਨੇ ਘੋੜੇ ਦਾ ਦਾਨ, ਇੰਪੋਰਟੈਂਟ ਆ। ਠੀਕ ਹੈ ਜੀ, ਨੋਟ ਕਰਿਓ, ਬੇਗਾਨਾ ਪਿੰਡ, ਸੱਗੀ ਪੁੱਲ। ਠੀਕ ਹੈ ਜੀ, ਇੱਕ ਵਾਰੀ ਹੋਰ ਨੋਟ ਕਰੋ, ਭਾਗਾ ਵਾਲਾ, ਅਣਹੋਈ, ਅੱਧ ਚਾਨਣੀ ਰਾਤ, ਅੰਨੇ ਘੋੜੇ ਦਾ ਦਾਨ, ਬੇਗਾਨਾ ਪਿੰਡ ਤੇ ਸੱਗੀ ਪੁੱਲ। ਠੀਕ ਹੈ ਜੀ, ਇਹ ਸਾਰੀਆਂ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 59 ਦੇਖੋ, ਹਵਾ ਵਿੱਚ ਲਿਖੇ ਹਰਫ ਕਿਸ ਦੀ ਰਚਨਾ ਹੈ। ਹਾਂਜੀ, ਇੰਪੋਰਟੈਂਟ ਆਗਾ, ਕਿਸ ਦੀ ਰਚਨਾ ਗਈ, ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਸਰਜੀਤ ਪਾਤਰ ਦੀ ਰਚਨਾ। ਠੀਕ ਹੈ ਜੀ, ਇਹ ਵੀ ਆਪਣੇ ਇੰਪੋਰਟੈਂਟ ਕਵੀ ਨੇਗੇ। ਤਾਂ ਦੇਖੋ ਸਰਜੀਤ ਪਾਤਰ ਦੀਆਂ ਹੋਰ ਕਿਹੜੀ ਕਿਹੜੀ ਰਚਨਾ ਬਣੇਗੀਆਂ, ਦੇਖੋ ਬਿਰਖ ਅਰਜ ਕਰੇ, ਇੰਪੋਰਟੈਂਟ ਆ। ਠੀਕ ਹੈ ਜੀ, ਹਨੇਰੇ ਵਿੱਚ ਸੁਲਗ ਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਸਰ ਜ਼ਮੀਨ। ਠੀਕ ਹੈ ਜੀ, ਤੇ 2012 ਵਿੱਚ ਇਹਨਾਂ ਨੂੰ ਕੀ ਮਿਲਿਆ ਸੀਗਾ, ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਠੀਕ ਹੈ ਜੀ, 2012 ਵਿੱਚ, ਇਹ ਨੋਟ ਕਰਿਓ ਸਾਰੀ ਚੀਜ਼ਾਂ। ਚਲੋ ਜੀ ਅਗਲਾ ਪ੍ਰਸ਼ਨ ਦੇਖੋ।
ਹਾਂਜੀ ਪ੍ਰਸ਼ਨ ਨੰਬਰ 60 ਦੇਖੋ, ਇੱਕ ਕੁੜੀ ਗੀਤ ਕਿਸ ਦੀ ਰਚਨਾ ਹੈ। ਹਾਂਜੀ ਸਭ ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿਸ ਦੀ ਰਚਨਾ ਗਈ। ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਸ਼ਿਵ ਕੁਮਾਰ ਬਟਾਲਵੀ ਦੀ ਰਚਨਾ। ਠੀਕ ਹੈ ਜੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਹੋਰ ਕਿਹੜੀ ਕਿਹੜੀ ਰਚਨਾ ਬਣੇਗੀਆਂ ਦੇਖੋ, ਪੀੜਾ ਦਾ ਪਰਾਗਾ, ਲੂਣਾ, ਲਾਜਵੰਤੀ, ਮੈਨੂੰ ਵਿਦਾ ਕਰੋ, ਆਟੇ ਦੀਆਂ ਚਿੜੀਆਂ, ਮੈਂ ਤੇ ਮੈਂ, ਅਲਵਿਦਾ ਤੇ ਆਰਤੀ। ਠੀਕ ਹੈ ਜੀ, ਇਸ ਤੋਂ ਇਲਾਵਾ ਸ਼ਿਵ ਕੁਮਾਰ ਬਟਾਲਵੀ ਦੇ ਹੋਰ ਵੀ ਕਈ ਗੀਤ ਨੇਗੇ, ਜਿਵੇਂ ਕਿ ਪੁੱਛਦੇ ਹੋ ਹਾਲ ਫਕੀਰਾਂ ਦਾ, ਮੈਂ ਜੋਬਨ ਉੱਤੇ ਮਰਨਾ, ਮਾਈ ਨੀ ਮਾਈ, ਮੈਂ ਸ਼ਿਕਰਾ ਯਾਰ ਬਣਾਇਆ। ਠੀਕ ਹੈ ਜੀ, ਇਸ ਤਰ੍ਹਾਂ ਦੇ ਕਈ ਗੀਤ ਨੇਗੇ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 61 ਦੇਖੋ, ਪ੍ਰੋਫੈਸਰ ਮੋਹਨ ਸਿੰਘ ਦੀ ਹੇਠ ਲਿਖਿਆ ਵਿੱਚੋਂ ਕਿਹੜੀ ਰਚਨਾ ਹੈ। ਤਾਂ ਦੇਖੋ ਜੀ ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਡੀ, ਉਪਰੋਕਤ ਸਾਰੇ। ਠੀਕ ਹੈ ਜੀ, ਵੱਡਾ ਬੇਲਾ, ਸਾਵੇਂ ਪੱਤਰ, ਬੂਹੇ ਕਸੁੰਬੜਾ, ਇਹ ਸਾਰੀ ਰਚਨਾਵਾਂ ਕਿੰਨੀਆਂ ਦੀਆਂ ਨੇਗੀਆਂ, ਪ੍ਰੋਫੈਸਰ ਮੋਹਨ ਸਿੰਘ ਦੇ ਨੇ। ਠੀਕ ਹੈ ਜੀ, ਨੋਟ ਕਰਿਓ, ਪ੍ਰੋਫੈਸਰ ਮੋਹਨ ਸਿੰਘ ਬਹੁਤ ਹੀ ਵਧੀਆ ਕਵੀ ਹੋਇਆਗੇ, ਭਾਈ ਵੀਰ ਸਿੰਘ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀਗੇ ਇਹ। ਤਾਂ ਦੇਖੋ ਇਹਨਾਂ ਦੇ ਪ੍ਰਸਿੱਧ ਰਚਨਾਵਾਂ ਕਿਹੜੀਆਂ ਕਿਹੜੀਆਂ ਨੇਗੀਆਂ, ਅੱਧ ਬਾਟੇ, ਕੱਚ ਸੱਚ, ਆਵਾਜ਼ਾਂ, ਜ਼ਮੀਰ ਜਿੰਦਰੇ। ਠੀਕ ਆ ਜੀ, ਇਹਨਾਂ ਦੇ ਕੁਝ ਰਚਨਾਵਾਂ ਨੇਗੀਆਂ, ਤੇ ਇਹਨਾਂ ਨੂੰ ਵੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਕਿਹਦੇ ਲਈ, ਵੱਡਾ ਵੇਲਾ ਲਈ। ਠੀਕ ਆ ਜੀ, ਕਿਹੜੀ ਰਚਨਾ ਲਈ ਮਿਲਿਆ ਸੀਗਾ, ਇਹਨਾਂ ਦੀ ਰਚਨਾ ਵੱਡਾ ਵੇਲਾ ਲਈ ਇਹਨਾਂ ਨੂੰ ਕੀ ਮਿਲਿਆ ਸੀਗਾ, ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਠੀਕ ਆ ਜੀ, ਇਹ ਸਾਰੇ ਨੋਟ ਕਰ ਲਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 62 ਦੇਖੋ, ਪ੍ਰੋਫੈਸਰ ਪੂਰਨ ਸਿੰਘ ਦੀਆਂ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਰਚਨਾਵਾਂ ਹਨ। ਹਾਂਜੀ ਕਿਹੜੀ ਰਚਨਾਵਾਂ ਹਨ, ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਡੀ, ਸਾਰੀਆਂ। ਠੀਕ ਆ ਜੀ, ਖੁੱਲੇ ਮੈਦਾਨ, ਖੁੱਲੇ ਕੁੰਡ, ਖੁੱਲੇ ਲੇਖ। ਜਿੱਥੇ ਵੀ ਤੁਹਾਨੂੰ ਖੁੱਲੇ ਲਿਖੇ ਮਿਲ ਜੇ ਉਹ ਕਿਹਨਾਂ ਦੀ ਰਚਨਾ ਹੋਗੀ, ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੋਊ। ਠੀਕ ਹੈ ਜੀ, ਨੋਟ ਕਰਿਓ, ਖੁੱਲੇ ਅਸਮਾਨੀ ਰੰਗ, ਪੰਜਾਬੀ ਵਿੱਚ, ਅੰਗਰੇਜ਼ੀ ਵਿੱਚ, ਅੰਸਟਰੰਗ ਬੀਡਜ਼, ਪੂਰਨਨਾਥ ਜੋਗੀ। ਠੀਕ ਹੈ ਜੀ, ਇਹ ਅੰਗਰੇਜ਼ੀ ਵਿੱਚ ਵੀ ਲਿਖਦੇ ਸੀਗੇ, ਪੰਜਾਬੀ ਵਿੱਚ ਵੀ ਲਿਖਦੇ ਸੀ। ਠੀਕ ਹੈ ਜੀ, ਇਹਨੇ ਜਿਹੜੀ ਰਚਨਾ ਹੈਗੀ ਅੰਸਟਰੰਗ ਬੀਡਜ਼ ਅੰਗਰੇਜ਼ੀ ਵਿੱਚ ਹੈਗੀ, ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 63 ਦੇਖੋ, ਰਾਜ ਧਰਮ ਕਿਸ ਦੀ ਪ੍ਰਸਿੱਧ ਰਚਨਾ ਹੈ। ਹਾਂਜੀ ਰਾਜ ਧਰਮ ਪ੍ਰਸਿੱਧ ਰਚਨਾ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਕਾਹਨ ਸਿੰਘ ਨਾਭਾ ਦੀ। ਠੀਕ ਹੈ ਜੀ, ਕਾਹਨ ਸਿੰਘ ਨਾਭਾ ਇੱਕ ਅਜਿਹੇ ਕਵੀ ਸੀਗੇ ਜੋ ਧਰਮ ਨਾਲ ਰਿਲੇਟਡ ਕਵਿਤਾ ਲਿਖਦੇ ਸੀ। ਠੀਕ ਹੈ ਜੀ, ਦੇਖੋ ਇਹਨਾਂ ਦੀ ਕਿਹੜੀ ਕਿਹੜੀ ਕਵਿਤਾਵਾਂ ਸੀਗੀਆਂ, ਨਾਟਕ ਭਾਰਵਤ, ਵਿਸ਼ਨੂੰ ਪੁਰਾਣ। ਠੀਕ ਹੈ ਜੀ, ਗੁਰ ਸ਼ਬਦ ਰਤਨਕਾਰ, ਸਾਧੂ ਅਤੇ ਚੰਡੀ ਦੀ ਵਾਰ, ਗੁਰ ਸ਼ਬਦ ਅੰਕਾਰ। ਠੀਕ ਹੈ ਜੀ, ਮਤਲਬ ਦੇਖੋ ਸਾਰੀ ਰਚਨਾਵਾਂ ਧਰਮ ਨਾਲ ਰਿਲੇਟਡ ਲਿਖਦੇ ਸੀਗੇ ਜ਼ਿਆਦਾਤਰ। ਠੀਕ ਹੈ ਜੀ, ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 64 ਦੇਖੋ, ਪੰਜਾਬੀ ਸਾਹਿਤ ਦਾ ਸਭ ਤੋਂ ਪੁਰਾਣਾ ਰੂਪ ਕਿਹੜਾ ਹੈ। ਹਾਂਜੀ ਕਿਹੜਾ ਹੈ, ਸਭ ਨੂੰ ਪਤਾ ਹੋਣਾ ਚਾਹੀਦਾ ਹੈਗਾ, ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਕਵਿਤਾ। ਠੀਕ ਹੈ ਜੀ, ਕਵਿਤਾ ਪੰਜਾਬੀ ਸਾਹਿਤ ਦਾ ਸਭ ਤੋਂ ਪੁਰਾਣਾ ਰੂਪ ਹੈਗਾ। ਚਲੋ ਅਗਲਾ ਪ੍ਰਸ਼ਨ ਦੇਖੋ ਜੀ। ਹਾਂਜੀ ਪ੍ਰਸ਼ਨ ਨੰਬਰ 65 ਦੇਖੋ, ਅਗਨੀ ਪ੍ਰੀਖਿਆ ਨਾਵਲ ਕਿਸ ਦੀ ਰਚਨਾ ਹੈ। ਹਾਂਜੀ ਇੰਪੋਰਟੈਂਟ ਪ੍ਰਸ਼ਨ ਆ, ਕਿਸ ਦੀ ਰਚਨਾ ਗਈ, ਆਪਸ਼ਨ ਨੰਬਰ ਆਪਣਾ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਦਲੀਪ ਕੌਰ ਟਿਵਾਣਾ। ਠੀਕ ਹੈ ਜੀ, ਤਾਂ ਦੇਖੋ ਇਹਨਾਂ ਦੀ ਪ੍ਰਸਿੱਧ ਰਚਨਾਵਾਂ ਕਿਹੜੀ ਕਿਹੜੀਆਂ ਨੇਗੀਆਂ, ਇਹੋ ਹਮਾਰਾ ਜੀਵਣਾ, ਬਾਟ ਹਮਾਰੀ, ਤੀਲੀ ਦਾ ਨਿਸ਼ਾਨਾ, ਸੂਰਜ ਅਤੇ ਸਮੁੰਦਰ, ਲੰਬੀ ਉਡਾਰੀ, ਲੰਘ ਗਿਆ ਦਰਿਆ, ਹਸਤਾਖਰ, ਨੰਗੇ ਪੈਰਾਂ ਸਫ਼ਰ ਤੇ ਜਿਉਣ ਜੋਗੇ। ਠੀਕ ਹੈ ਜੀ, ਇਹਨਾਂ ਵਿੱਚੋਂ ਇੰਪੋਰਟੈਂਟ ਹੈਗਾ ਇਹੋ ਹਮਾਰਾ ਜੀਵਣਾ। ਠੀਕ ਹੈ ਜੀ, ਤੁਸੀਂ ਪੜ੍ਹਿਆ ਵੀ ਹੋਣਾਗਾ, BA ਵਿੱਚ ਨਾਵਲ ਹੈਗਾ, ਤੇ 2004 ਵਿੱਚ ਇਹਨਾਂ ਨੂੰ ਮਿਲਿਆ ਸੀਗਾ ਪਦਮ ਸ਼੍ਰੀ ਅਵਾਰਡ। ਠੀਕ ਹੈ ਜੀ, ਇਹ ਨੋਟ ਕਰਿਓ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 66 ਦੇਖੋ, ਪੰਜਾਬੀ ਕਿੱਸਾ ਕਾਵਿ ਦਾ ਮੋਢੀ ਕਵੀ ਕੌਣ ਹੈ। ਹਾਂਜੀ ਕੌਣ ਹੈ, ਇੱਥੇ ਹੁਣ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ ਸੀ, ਦਮੋਦਰਾ। ਠੀਕ ਹੈ ਜੀ, ਸਾਰਿਆਂ ਨੇ ਨੋਟ ਕਰ ਲੈਣਾ ਹੈਗਾ। ਚਲੋ ਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ ਨੰਬਰ 67 ਦੇਖੋ, ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ। ਹਾਂਜੀ ਇਹ ਤਾਂ ਸਭ ਨੂੰ ਪਤਾ ਹੋਣਾਗਾ, ਇਹਦਾ ਆਨਸਰ ਵੀ ਕੀ ਕਰੋ, ਕਮੈਂਟ ਕਰਕੇ ਦੱਸ ਦਿਓ, ਇਹਦਾ ਆਨਸਰ ਕਮੈਂਟ ਕਰਕੇ ਦੱਸ ਦਿਓ। ਸੋ ਆਪਣੀ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈਗੀ, ਤੇ ਕੱਲ੍ਹ ਨੂੰ ਆਪਣੀ ਇੱਕ ਕਲਾਸ ਲੱਗੂਗੀ ਕੰਪਿਊਟਰ ਦੀ। ਠੀਕ ਹੈ ਜੀ, ਉਹ ਸਾਰੇ ਵਿਦਿਆਰਥੀਆਂ ਨੂੰ ਜ਼ਰੂਰ ਲਗਾਉਣੀ ਹੈਗੀ। ਜੇ ਕੰਪਿਊਟਰ ਵਿੱਚੋਂ ਵਧੀਆ ਨੰਬਰ ਲੈਣਾ ਚਾਹੁੰਦੇ ਹੋਗੇ ਤਾਂ ਕੱਲ੍ਹ ਨੂੰ ਕਲਾਸ ਲੱਗੂਗੀ ਆਪਣੀ ਕੰਪਿਊਟਰ ਦੀ, ਉਹ ਸਾਰੇ ਵਿਦਿਆਰਥੀਆਂ ਨੂੰ ਜ਼ਰੂਰ ਲਗਾਉਣਾ। ਠੀਕ ਹੈ ਜੀ, ਸੋ ਅੱਜ ਦੀ ਆਪਣੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈਗੀ, ਮਿਲਾਂਗੇ ਤੁਹਾਨੂੰ ਕੱਲ੍ਹ ਦੀ ਕਲਾਸ ਵਿੱਚ। ਗੁੱਡ ਲੱਕ ਸਾਰੇ ਵਿਦਿਆਰਥੀਆਂ ਨੂੰ, ਧੰਨਵਾਦ।